ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕਰਾਂਗੇ ਯੂਨਿਟ 5 ਐਗਰੀਗੇਟ ਸਪਲਾਈ ਕੁੱਲ ਪੂਰਤੀ। ਤੇ ਜਿਵੇਂ ਕਿ ਅਸੀਂ ਕੱਲ ਕੀਤਾ ਸੀਗਾ ਐਗਰੀਗੇਟ ਡਿਮਾਂਡ ਕੀ ਹੁੰਦੀ ਆ, ਉਸ ਦੇ ਵਿੱਚ ਆਪਾਂ ਨੇ ਪੜਿਆ ਸੀਗਾ ਕਿ ਐਗਰੀਗੇਟ ਡਿਮਾਂਡ ਆ ਜਿਹੜੀ ਉਹ ਕੀ ਹੁੰਦੀ ਆ, ਆਪਣੀ ਟੋਟਲ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ ਜਿਹੜੀ ਇਕਨੋਮੀ ਦੇ ਵਿੱਚ ਕੀਤੀ ਜਾਂਦੀ ਆ। ਆਲ ਗੁੱਡਸ ਐਂਡ ਸਰਵਿਸਿਜ਼ ਆਉਂਦੀਆਂ ਨੇ ਇਹਦੇ ਵਿੱਚ, ਕੋਈ ਵੀ ਇੱਕ ਫਰਮ ਨਹੀਂ ਆਉਂਦੀ। ਇਹ ਮਾਰਕੀਟ ਜਿਹੜੀ ਡਿਮਾਂਡ ਹੈ ਤੇ ਐਗਰੀਗੇਟ ਡਿਮਾਂਡ ਆ, ਉਹਦੇ ਵਿੱਚ ਆਪਾਂ ਨੇ ਡਿਫਰੈਂਸ ਦੇਖਿਆ ਸੀਗਾ ਕਿ ਜਿਹੜਾ ਆਪਣਾ ਸਕੋਪ ਹੈ ਐਗਰੀਗੇਟ ਡਿਮਾਂਡ ਦਾ ਉਹ ਜ਼ਿਆਦਾ ਹੈ। ਐਗਰੀਗੇਟ ਡਿਮਾਂਡ ਦੇ ਵਿੱਚ ਜਿਹੜੇ ਸਾਰੇ ਆਪਣੇ ਐਗਰੀਗੇਟ ਡਿਮਾਂਡ ਦੇ ਵਿੱਚ ਜੋ ਟੋਟਲ ਡਿਮਾਂਡ ਹੈ ਆਲ ਗੁੱਡਸ ਦੀ ਉਹਦੇ ਵਿੱਚ ਆਉਂਦੀ ਆ, ਐਂਡ ਐਗਰੀਗੇਟ ਸਪਲਾਈ ਉਸ ਦੇ ਨਾਲ ਹੀ ਮਿਲਦਾ ਜੁਲਦਾ ਕਨਸੈਪਟ ਹੈ ਜੋ ਆਪਾਂ ਨੇ ਅੱਜ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਮੈਕਰੋ ਇਕਨੋਮਿਕਸ ਦੇ ਵਿੱਚ ਐਗਰੀਗੇਟ ਸਪਲਾਈ ਦਾ ਮੀਨਿੰਗ ਦੇਖਾਂਗੇ। ਉਸ ਤੋਂ ਬਾਅਦ ਕਲਾਸੀਕਲ ਐਂਡ ਕੇਨਜ਼ੀਅਨ ਐਗਰੀਗੇਟ ਸਪਲਾਈ ਕਰਵ ਦੇਖਾਂਗੇ। ਉਸ ਤੋਂ ਬਾਅਦ ਐਗਰੀਗੇਟ ਸਪਲਾਈ ਕਰਵ ਇਨ ਦਾ ਸ਼ਾਰਟ ਰਨ and aggregate supply curve in the long run, ਉਸ ਤੋਂ ਬਾਅਦ aggregate supply curve in the medium run, slope of medium run aggregate supply curve ਕਿ aggregate supply curve ਦੀ ਜਿਹੜੀ slope ਹੈ ਉਹ medium run ਦੇ ਵਿੱਚ ਕਿੱਦਾਂ ਦੀ ਹੋਏਗੀ, and shift in the medium run aggregate supply curve ਕਿ aggregate ਜਿਹੜੀ supply curve ਹੈ ਉਹ ਮੀਡੀਅਮ ਰਨ ਦੇ ਵਿੱਚ ਜਿਹੜੀ ਹੈ ਸ਼ਿਫਟ ਕਿੱਦਾਂ ਹੁੰਦੀ ਆ। ਠੀਕ ਹੈ, ਇਹ ਸਾਰੇ ਕਨਸੈਪਟਸ ਅਸੀਂ ਐਗਰੀਗੇਟ ਸਪਲਾਈ ਨਾਲ ਰਿਲੇਟਡ ਨੇ ਜਿਹੜੇ ਉਹ ਆਪਾਂ ਅੱਜ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ, ਕਹਿੰਦੇ ਕਨਸੈਪਟ ਆਫ ਐਗਰੀਗੇਟ ਸਪਲਾਈ ਆ ਜਿਹੜਾ ਐਗਰੀਗੇਟ ਕਰਵ ਹੈ ਜਿਹੜੀ ਉਹ ਮਾਈਕਰੋ ਇਕਨੋਮਿਕਸ ਤੇ ਮੈਕਰੋ ਇਕਨੋਮਿਕਸ ਦੋਨਾਂ ਦੇ ਵਿੱਚ ਕੀਤੀ ਜਾਂਦੀ ਆ। ਜਿਵੇਂ ਕਿ ਜਿਹੜੀ ਐਗਰੀਗੇਟ ਡਿਮਾਂਡ ਆ ਤੇ ਐਗਰੀਗੇਟ ਸਪਲਾਈ ਆ, ਪਹਿਲਾਂ ਆਪਾਂ ਨੇ ਮਾਈਕਰੋ ਇਕਨੋਮਿਕਸ ਦੇ ਵਿੱਚ ਕੀਤੀ ਸੀ। ਤਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਐਗਰੀਗੇਟ ਸਪਲਾਈ ਦੀ ਜੇ ਆਪਾਂ ਗੱਲ ਕਰੀਏ, ਉਹਦੇ ਵਿੱਚ ਇੱਕ ਜਿਹੜੀ ਫਰਮ ਹੈ ਉਹਦੇ ਦੁਆਰਾ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਸਪਲਾਈ ਦੀ ਗੱਲ ਕੀਤੀ ਜਾਂਦੀ ਆ ਕਿ ਇੱਕ ਫਰਮ ਮਾਰਕੀਟ ਦੇ ਵਿੱਚ ਸਪਲਾਈ ਕਦੋਂ ਤੱਕ ਕਰੇਗੀ ਤੇ ਕਿੰਨੀ ਕਰੇਗੀ, ਕਿੰਨੀ ਕੁਆਂਟੀਟੀ ਆਫ ਗੁੱਡਸ ਨੇ ਜਿਹੜੀਆਂ ਉਹ ਪ੍ਰੋਡਿਊਸ ਕਰੇਗੀ। ਜਾਂ ਫਿਰ ਕਹਿੰਦੇ ਮਾਰਕੀਟ ਸਪਲਾਈ ਦੀ ਗੱਲ ਕੀਤੀ ਜਾਂਦੀ ਆ, ਆਲ ਫਰਮਸ ਮੀਨਸ ਕਿੰਨੀ ਪ੍ਰੋਡਕਸ਼ਨ ਕਰ ਰਹੀਆਂ ਨੇ। ਤੇ ਇਹਦੇ ਵਿੱਚ ਕੀ ਹੈ, ਮੈਕਰੋ ਇਕਨੋਮਿਕਸ ਦੇ ਵਿੱਚ ਆਪਾਂ ਐਗਰੀਗੇਟ ਸਪਲਾਈ ਦੀ ਟੋਟਲ ਜਿਹੜੀਆਂ ਗੁੱਡਸ ਜੋ ਵੀ ਪ੍ਰੋਡਿਊਸ ਹੋ ਰਹੀਆਂ ਨੇ ਉਹਨਾਂ ਦੀ ਗੱਲ ਕਰਾਂਗੇ। ਐਂਡ ਪ੍ਰਾਈਸ ਆਊਟਪੁੱਟ ਰਿਸਪੌਂਸ ਕਿ ਪ੍ਰਾਈਸ ਤੇ ਜਿਹੜੀ ਆਊਟਪੁੱਟ ਹੈ ਦੀ ਸਪਲਾਈ ਆ ਉਹਦੇ ਵਿੱਚ ਕੀ ਰਿਲੇਸ਼ਨ ਹੈ ਤਾਂ ਆਪਾਂ ਉਹ ਦੇਖਾਂਗੇ। ਤੇ ਡਿਫਰੈਂਸ ਬਿਟਵੀਨ ਕਲਾਸੀਕਲ ਐਂਡ ਕੇਨਜ਼ੀਅਨ ਅਪਰੋਚ, ਕਿਉਂਕਿ ਜਿਹੜੀ ਐਗਰੀਗੇਟ ਸਪਲਾਈ ਹੈ ਇਹਨੂੰ ਲੈ ਕੇ ਕਲਾਸੀਕਲ ਤੇ ਕੇਨਜ਼ੀਅਨ ਨੇ ਡਿਫਰੈਂਟ ਜਿਹੜੀ ਆਪਣੀਆਂ ਥਾਟਸ ਨੇ ਉਹਨਾਂ ਨੂੰ ਦੱਸਿਆ, ਉਹਨਾਂ ਦੇ ਬਾਰੇ ਪੜਾਂਗੇ। ਤੇ ਉਸ ਤੋਂ ਬਾਅਦ ਸਲੋਪ ਐਂਡ ਪੋਜੀਸ਼ਨ ਆਫ ਕੇਨਜ਼ੀਅਨ ਅਪਰੋਚ ਕਿ ਕੇਨਜ਼ੀਅਨ ਜਿਹੜੀ ਥਿਊਰੀ ਆ ਉਹਦੇ ਵਿੱਚ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹਦੀ ਸਲੋਪ ਕਿਸ ਤਰ੍ਹਾਂ ਦੀ ਹੋਏਗੀ। ਐਂਡ ਜਿਹੜਾ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਡਿਫਰੈਂਸ ਆ ਕਿ ਐਗਰੀਗੇਟ ਸਪਲਾਈ ਕਰਵ ਸ਼ਾਰਟ ਰਨ ਦੇ ਵਿੱਚ ਹੋਰ ਤਰ੍ਹਾਂ ਦੀ ਹੋਏਗੀ ਐਂਡ ਲੌਂਗ ਰਨ ਦੇ ਵਿੱਚ ਹੋਰ ਤਰ੍ਹਾਂ ਦੀ, ਉਹ ਵੀ ਆਪਾਂ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰ ਲੈਂਦੇ ਆ। ਠੀਕ ਹੈ, ਐਗਰੀਗੇਟ ਸਪਲਾਈ ਹੁੰਦੀ ਕੀ ਆ। ਤਾਂ ਆਪਾਂ ਨੇ ਜਿਵੇਂ ਕਿ ਪਹਿਲਾਂ ਡਿਸਕਸ ਕੀਤਾ ਐਗਰੀਗੇਟ ਡਿਮਾਂਡ, ਮਾਰਕੀਟ ਦੇ ਵਿੱਚ ਐਗਰੀਗੇਟ ਡਿਮਾਂਡ। ਠੀਕ ਹੈ, ਤੇ ਹੁਣ ਦੇਖਾਂਗੇ ਆਪਾਂ ਐਗਰੀਗੇਟ ਸਪਲਾਈ। ਤਾਂ ਕਹਿੰਦੇ ਆਪਾਂ ਸਪਲਾਈ ਕਰਵ ਆਫ ਅ ਫਰਮ ਇਟ ਸ਼ੋਜ਼ ਦ ਮੈਕਸਿਮਮ ਕੁਆਂਟੀਟੀ that a firm would supply or produce at different prices। ਅਗਰ ਆਪਾਂ ਜਿਹੜੀ ਹੈ ਸਪਲਾਈ ਗੁੱਡਸ ਦੀ ਸਪਲਾਈ ਦੀ ਗੱਲ ਕਰੀਏ ਤਾਂ ਜਿਹੜੀ ਆਪਣੀ ਸਪਲਾਈ ਕਰਵ ਹੁੰਦੀ ਆ ਉਹ ਕੀ ਸ਼ੋ ਕਰਦੀ ਆ, ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਐਂਡ ਕੁਆਂਟੀਟੀ ਆਫ ਗੁੱਡਸ ਜਿਹਨੂੰ ਆਪਾਂ ਪ੍ਰੋਡਿਊਸ ਕਰਦੇ ਆ ਕਿ ਐਨਾ ਪ੍ਰਾਈਸ ਹੋਣ ਤੇ ਗੁੱਡਸ ਦੀ ਸਪਲਾਈ ਐਨੀ ਹੋਏਗੀ, ਐਨਾ ਪ੍ਰਾਈਸ ਹੋਣ ਤੇ ਗੁੱਡਸ ਦੀ ਸਪਲਾਈ ਐਨੀ ਹੋਏਗੀ। ਕਹਿੰਦੇ ਜਿਹੜੀਆਂ ਫਰਮਸ ਗੁੱਡਸ ਦੀ ਪ੍ਰੋਡਕਸ਼ਨ ਕਰਦੀਆਂ ਨੇ, ਗੁੱਡਸ ਦੀ ਸਪਲਾਈ ਕਰਦੀਆਂ ਨੇ ਪ੍ਰੋਡਕਸ਼ਨ ਇਨਪੁਟਸ ਨੂੰ ਯੂਜ਼ ਕਰਕੇ, ਉਹ ਫਰਮਸ ਕਹਿੰਦੇ ਜਾਂ ਤਾਂ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਹੋਣਗੀਆਂ ਜਾਂ ਫਿਰ ਮੋਨੋਪੋਲਿਸਟਿਕ ਇਨ ਨੇਚਰ ਹੋਣਗੀਆਂ। ਮੋਨੋਪੋਲਿਸਟਿਕ ਇਨ ਨੇਚਰ ਮੀਨਸ ਜੇ ਮੋਨੋਪੋਲੀ ਆ ਗਈ, ਡਿਊਪੋਲੀ ਆ ਗਈ, ਓਲੀਗੋਪੋਲੀ ਆ ਗਈ, ਇਨਪਰਫੈਕਟ ਕੰਪੀਟੀਸ਼ਨ। ਜਾਂ ਫਿਰ ਪਰਫੈਕਟਲੀ ਕੰਪੀਟੀਟਿਵ ਮੀਨਸ ਪਰਫੈਕਟ ਕੰਪੀਟੀਸ਼ਨ। ਜੋ ਫਰਮਸ ਇੱਕ ਹੀ ਤਰ੍ਹਾਂ ਦੇ ਗੁੱਡਸ ਪ੍ਰੋਡਿਊਸ ਕਰ ਰਹੇ ਨੇ ਇਕਨੋਮੀ ਦੇ ਵਿੱਚ ਉਹ ਵੀ ਹੋ ਸਕਦੇ ਨੇ, ਐਂਡ ਜੋ ਮੋਨੋਪੋਲਿਸਟਿਕਸ ਨੇ ਡਿਫਰੈਂਟ ਟਾਈਪਸ ਆਫ ਗੁੱਡਸ ਦੀ ਪ੍ਰੋਡਕਸ਼ਨ ਕਰਦੇ ਨੇ ਉਹ ਫਰਮਸ ਵੀ ਆ ਸਕਦੀਆਂ ਨੇ, ਉਹਨਾਂ ਦੇ ਦੁਆਰਾ ਵੀ ਮਾਰਕੀਟ ਦੇ ਵਿੱਚ ਸਪਲਾਈ ਹੋ ਸਕਦੀ ਆ। ਕਹਿੰਦੇ ਇੰਪੋਰਟੈਂਟ ਫੈਕਟਰ ਕੀ ਆ ਇਨ ਦਾ ਕੇਸ ਆਫ ਐਗਰੀਗੇਟ ਸਪਲਾਈ। ਕਹਿੰਦੇ ਇਕਨੋਮੀ ਬਿਹੇਵਸ ਡਿਫਰੈਂਟਲੀ ਇਨ ਦਾ ਸ਼ਾਰਟ ਰਨ ਐਂਡ ਲੌਂਗ ਰਨ। ਕਹਿੰਦੇ ਇਕਨੋਮੀ ਦੇ ਵਿੱਚ ਜਦੋਂ ਗੁੱਡਸ ਦੀ ਸਪਲਾਈ ਹੁੰਦੀ ਆ ਤਾਂ ਜਿਹੜੀ ਆਪਣੀ ਇਕਨੋਮੀ ਹੈ ਉਹ ਸਪਲਾਈ ਡਿਫਰੈਂਟ ਟਾਈਪਸ ਨਾਲ ਬਿਹੇਵ ਕਰਦੀ ਹੈ ਇਨ ਦਾ ਸ਼ਾਰਟ ਰਨ ਐਂਡ ਲੌਂਗ ਰਨ। ਮੀਨਸ ਇਕਨੋਮੀ ਦੇ ਵਿੱਚ ਸ਼ਾਰਟ ਰਨ ਦੇ ਵਿੱਚ ਜਿਹੜੀ ਹੈ ਸਪਲਾਈ ਉਹ ਹੋਰ ਤਰ੍ਹਾਂ ਦੀ ਹੋਏਗੀ ਐਂਡ ਲੌਂਗ ਰਨ ਦੇ ਵਿੱਚ ਸਪਲਾਈ ਕਰਵ ਹੋਰ ਤਰ੍ਹਾਂ ਦੀ ਹੋਏਗੀ। ਆਪਣੀ ਇਕਨੋਮੀ ਦੇ ਵਿੱਚ ਜਿੰਨੀਆਂ ਆਲ ਦਾ ਫਰਮਸ ਨੇ
ਉਹਨਾਂ ਦੇ ਥਰੂ ਜਿੰਨੀ ਵੀ ਪ੍ਰੋਡਕਸ਼ਨ ਹੁੰਦੀ ਆ ਆਊਟਪੁੱਟ ਹੁੰਦੀ ਆ that is called aggregate supply. The logic behind the relationship between the overall price level in the economy and the level of aggregate output. ਕਹਿੰਦੇ ਐਗਰੀਗੇਟ ਸਪਲਾਈ ਕਰਵ ਜਿਹੜੀ ਉਹ ਸਾਨੂੰ ਦੱਸਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਲੈਵਲ ਆਫ ਐਨ ਇਕਨੋਮੀ ਐਂਡ ਆਊਟਪੁੱਟ ਆਫ ਐਨ ਇਕਨੋਮੀ a very different form of logical behind an individual supply curve ਜਿਹੜੀ individual supply curve ਹੈ ਉਹ ਇੱਕ ਫਰਮ ਦੀ supply curve ਦੱਸੇਗੀ ਐਂਡ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਸਾਰੀਆਂ ਫਰਮਸ ਦੀ ਇੰਡੀਵਿਜੂਅਲਸ ਦੀ ਸਪਲਾਈ ਕਰਵ ਦੱਸੇਗੀ ਜਿਹਨੂੰ ਆਪਾਂ ਨੇ ਐਗਰੀਗੇਟ ਸਪਲਾਈ ਕਹਿੰਦੇ ਆ ਐਗਰੀਗੇਟ ਆਊਟਪੁੱਟ ਕਹਿੰਦੇ ਆ ਐਗਰੀਗੇਟ ਪ੍ਰੋਡਕਸ਼ਨ ਕਹਿੰਦੇ ਆ ਲੇਬਰ ਦੀ ਹੈਲਪ ਦੇ ਥਰੂ ਆਪਾਂ ਸ਼ਾਰਟ ਰਨ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਆ ਤੇ ਲੌਂਗ ਰਨ ਦੇ ਵਿੱਚ ਆਪਾਂ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਵੇਰੀਏਬਲ ਹੁੰਦੇ ਨੇ ਆਪਾਂ ਸਾਰੇ ਫੈਕਟਰਸ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਲੌਂਗ ਰਨ ਦੇ ਵਿੱਚ ਇਨਕਰੀਜ਼ ਕਰ ਸਕਦੇ ਆ ਕਿਉਂਕਿ ਲੌਂਗ ਰਨ 5 to 10 ਇਅਰਸ ਦਾ ਟਾਈਮ ਹੁੰਦਾ ਉਹਦੇ ਵਿੱਚ ਆਪਾਂ ਨਿਊ ਪਲਾਂਟ ਵੀ ਸੈਟਅਪ ਕਰ ਸਕਦੇ ਆ ਲੈਂਡ ਵੀ ਲੈ ਸਕਦੇ ਆ ਬਿਲਡਿੰਗ ਵੀ ਬਣਾ ਸਕਦੇ ਆ ਮਸ਼ੀਨਰੀ ਵੀ ਲੈ ਸਕਦੇ ਆ ਲੇਕਿਨ ਸ਼ਾਰਟ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ ਓਨਲੀ 1 ਡੇ ਦਾ ਵੀ ਹੋ ਸਕਦਾ ਹੈ 6 ਮੰਥ 6 ਡੇ ਦਾ ਵੀ ਹੋ ਸਕਦਾ ਹੈ ਤਾਂ ਇੰਨੇ ਟਾਈਮ ਦੇ ਵਿੱਚ ਆਪਾਂ ਜਿਹੜੇ ਇਹ ਸਾਰੇ ਫੈਕਟਰ ਆਫ ਪ੍ਰੋਡਕਸ਼ਨ ਨੇ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਆਪਾਂ ਨਿਊ ਬਿਲਡਿੰਗਸ ਨਿਊ ਪਲਾਂਟ ਸੈਟਅਪ ਨਹੀਂ ਕਰ ਸਕਦੇ ਨਿਊ ਮਸ਼ੀਨ ਨਹੀਂ ਲੈ ਸਕਦੇ ਤਾਂ ਸਿਰਫ ਆਪਾਂ ਲੇਬਰ ਦੇ ਯੂਜ਼ ਦੇ ਨਾਲ ਹੀ ਜਿਹੜੀ ਆਪਣੀ ਸਪਲਾਈ ਆ ਆਊਟਪੁੱਟ ਆ ਉਹਨੂੰ ਇਨਕਰੀਜ਼ ਕਰ ਸਕਦੇ ਆ ਤਾਂ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ ਦੇਖਦੇ ਆਪਾਂ ਤਾਂ ਸਭ ਤੋਂ ਪਹਿਲਾਂ ਦੇਖੋ ਕਹਿੰਦੇ ਜਿਵੇਂ ਕਿ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵਸ ਇਜ਼ ਅ ਹੌਰੀਜ਼ੌਂਟਲ ਇਹਦੇ ਵਿੱਚ ਕੇਨਜ਼ੀਅਨ ਅਪਰੋਚ ਦੀ ਗੱਲ ਕੀਤੀ ਗਈ ਆ ਤਾਂ ਕੇਨਸ ਕੀ ਕਹਿੰਦੇ ਨੇ ਜਿਹੜਾ ਐਗਰੀਗੇਟ ਸਪਲਾਈ ਕਰਵ ਕੀ ਆ ਉਹ ਹੌਰੀਜ਼ੌਂਟਲ ਹੋਏਗਾ ਮੀਨਸ ਐਕਸ ਐਕਸਿਸ ਦੇ ਪੈਰਲਲ ਹੋਏਗਾ ਜੋ ਸਾਨੂੰ ਕੀ ਦੱਸੇਗਾ ਕਿ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਆਪਾਂ ਐਗਰੀਗੇਟ ਜਿਹੜੀ ਸਪਲਾਈ ਆ ਉਹਦੇ ਵਿੱਚ ਵੀ ਸ਼ਾਰਟ ਰਨ ਦੇ ਵਿੱਚ ਇਨਕਰੀਜ਼ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਜਿਹੜੀ ਪ੍ਰੋਡਕਸ਼ਨ ਦੀ ਪੋਟੈਂਸ਼ੀਅਲ ਪਾਵਰ ਹੈ ਪ੍ਰੋਡਕਸ਼ਨ ਕਪੈਸਿਟੀ ਹੈ ਉਹ ਬਹੁਤ ਜ਼ਿਆਦਾ ਹੈ ਆਪਣੇ ਕੋਲ ਜਿਹੜੇ ਰਿਸੋਰਸਿਸ ਨੇ ਜਿਵੇਂ ਕਿ ਕੈਪੀਟਲ ਐਂਡ ਲੇਬਰ ਉਹ ਅਵੇਲੇਬਲ ਹੈ ਆਪਾਂ ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਰਹੀ ਹੈ ਤਾਂ ਆਪਾਂ ਪ੍ਰੋਡਕਸ਼ਨ ਵੀ ਆਪਣੀ ਇਨਕਰੀਜ਼ ਕਰ ਸਕਦੇ ਹਾਂ ਕਹਿੰਦੇ ਅਗਰ ਕਿਉਂਕਿ ਆਪਣੀ ਇਕਨੋਮੀ ਦੇ ਵਿੱਚ ਕੀ ਆ ਅਨਇੰਪਲੋਇਮੈਂਟ ਆ ਫਰਮਸ ਕੈਨ ਆਬਟੇਨ ਐਸ ਮਚ ਲੇਬਰ ਐਸ ਦੇ ਵਾਂਟ ਟੂ ਦਾ ਕਰੰਟ ਵੇਜ ਰੇਟ firms are operating the low capacity so the extra cost of producing more output is likely to be small and they little increase in the overall price level ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ ਤੇ ਉਸ ਦੇ ਨਾਲ ਹੀ ਅਗਰ ਸਪਲਾਈ ਵੀ ਇਨਕਰੀਜ਼ ਹੋ ਜਾਂਦੀ ਆ ਪ੍ਰੋਡਕਸ਼ਨ ਵੀ ਇਨਕਰੀਜ਼ ਹੋ ਜਾਂਦੀ ਆ ਤਾਂ ਪ੍ਰਾਈਸ ਲੈਵਲ ਦੇ ਵਿੱਚ ਅ ਲਿਟਲ ਬਿਟ ਚੇਂਜ ਆਏਗਾ ਠੀਕ ਹੈ ਤਾਂ ਕੇਨਸ ਕਹਿੰਦੇ ਨੇ ਕਿ ਆਪਾਂ ਜਿਹੜੀ ਆਪਣੀ ਪੋਟੈਂਸ਼ੀਅਲ ਪਾਵਰ ਨੂੰ ਯੂਜ਼ ਕਰਕੇ ਆਪਣੀ ਜਿਹੜੀ ਕਪੈਸਿਟੀ ਹੈ ਪ੍ਰੋਡਕਸ਼ਨ ਕਪੈਸਿਟੀ ਉਹਨੂੰ ਯੂਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਇਨਕਰੀਜ਼ ਕਰ ਸਕਦੇ ਆ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਆ ਅਗਰ ਅਨਇੰਪਲੋਇਮੈਂਟ ਕਹਿੰਦੇ the average cost of production of firms therefore is assumed not to change as the output level change average cost ਕਹਿੰਦੇ ਉਹਦੀ increase ਨਹੀਂ ਹੁੰਦੀ ਜਿੰਨੀ output increase ਹੁੰਦੀ ਆ firms are accordingly willing to supply as much as it's demanded at the existing price level ਕਹਿੰਦੇ existing price levels ਤੇ ਜਿੰਨੀ demand ਹੁੰਦੀ ਆ firms ਉਸ ਦੇ ਨਾਲੋਂ ਜ਼ਿਆਦਾ supply ਕਰਨ ਦੀ capacity ਰੱਖਦੀਆਂ ਨੇ ਕਹਿੰਦੇ AS curve is likely to be horizontal during the period of recession ਕਹਿੰਦੇ periods of recession ਹੈ ਜਿਹੜੀ ਆਪਣੀ AS curve horizontal ਰਹਿੰਦੀ ਹੈ when the total output in an economy is at the lower level as you know there are two important phases of business cycles ਤੁਹਾਨੂੰ ਪਤਾ ਹੈ ਕਿ business cycle ਦੇ two important phases ਨੇ ਵੈਸੇ ਤਾਂ four phases ਨੇ boom recession recovery dispersion ਠੀਕ ਹੈ ਨਾਓ ਕਹਿੰਦੇ ਇੱਥੇ ਕੀ ਹੈ ਸਿਰਫ ਜਿਹੜੇ ਮੇਨ two sessions ਨੇ ਉਹਨਾਂ ਦੀ ਗੱਲ ਕੀਤੀ ਗਈ phases ਦੀ that is a boom and recession ਤਾਂ ਬੂਮ ਪੀਰੀਅਡ ਕੀ ਹੁੰਦਾ ਹੈ ਜਦੋਂ ਕਹਿੰਦੇ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਨੇ ਤਾਂ ਪ੍ਰਾਈਸਿਸ ਦੇ ਹਾਈ ਹੋਣ ਦਾ ਮੇਨ ਰੀਜ਼ਨ ਕੀ ਹੁੰਦਾ ਹੈ ਐਗਰੀਗੇਟ ਡਿਮਾਂਡ ਹੈ ਜਿਹੜੀ ਐਗਰੀਗੇਟ ਸਪਲਾਈ ਤੋਂ ਇਨਕਰੀਜ਼ ਹੋ ਜਾਂਦੀ ਆ ਜਿਹਦੇ ਕਰਕੇ ਆਪਾਂ ਜਿਹੜੀ ਪ੍ਰੋਡਕਸ਼ਨ ਹੈ ਸ਼ਾਰਟ ਰਨ ਦੇ ਵਿੱਚ ਆਪਾਂ ਐਨੀ ਇਨਕਰੀਜ਼ ਨਹੀਂ ਕਰ ਸਕਦੇ ਜਿਹਦੇ ਕਰਕੇ ਆਪਣੇ ਪ੍ਰਾਈਸਿਸ ਇਨਕਰੀਜ਼ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਤਾਂ ਕੇਨਸ ਦਾ ਕਹਿਣਾ ਹੈ ਕਿ ਅਗਰ ਬੂਮ ਪੀਰੀਅਡ ਹੈ ਜਿਸ ਐਗਰੀਗੇਟ ਡਿਮਾਂਡ ਜ਼ਿਆਦਾ ਹੈ ਤਾਂ ਆਪਾਂ ਐਗਰੀਗੇਟ ਸਪਲਾਈ ਵੀ ਇਨਕਰੀਜ਼ ਕਰ ਸਕਦੇ ਹਾਂ ਜਿਹਦੇ ਕਰਕੇ ਪ੍ਰਾਈਸਿਸ ਥੋੜੀ ਜਿਹੀ ਘੱਟ ਇਨਕਰੀਜ਼ ਹੋਣਗੀਆਂ दूसरी तरफ रिसैशन ਦੇ ਪੀਰੀਅਡ ਕੀ ਹੁੰਦਾ ਹੈ ਰਿਸੈਸ਼ਨ ਦੇ ਪੀਰੀਅਡ ਸ਼ਾਰਟ ਰਨ ਦੇ ਵਿੱਚ
अगर कहते सप्लाई ग्रेटर दैन डिमांड है, मतलब डिमांड घट है सप्लाई ज़्यादा है, तो फर्म्स ਨੂੰ ਕੀ ਕਰਨਾ ਪੈਂਦਾ, ਆਪਣੀ ਜਿਹੜੀ ਸਪਲਾਈ ਹੈ ਉਹਨੂੰ ਡਿਕਰੀਜ਼ ਕਰਨਾ ਪੈਂਦਾ, ਕਿਉਂਕਿ ਪ੍ਰਾਈਸਿਸ ਵੀ ਲੋ ਹੋ ਜਾਂਦੀਆਂ ਨੇ, ਤਾਂ ਫਰਮਸ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਡਿਕਰੀਜ਼ ਕਰ ਦਿੰਦੀਆਂ, ਘੱਟ ਕਰ ਦਿੰਦੀਆਂ। ਤਾਂ ਇਸ ਤਰ੍ਹਾਂ ਕੇਮਸ ਦਾ ਕਹਿਣਾ ਹੈ ਕਿ ਆਊਟਪੁੱਟ ਨੂੰ ਅਕੋਰਡਿੰਗ ਟੂ ਡਿਮਾਂਡ ਐਂਡ ਪ੍ਰਾਈਸਿਸ ਆਪਾਂ ਇਨਕਰੀਜ਼ ਡਿਕਰੀਜ਼ ਕਰ ਸਕਦੇ ਆ। ਤੇ ਜਿਹੜੀ ਆਪਣੀ ਐਗਰੀਗੇਟ ਸਪਲਾਈ ਕਰਵ ਹੈ ਉਹ ਕੀ ਆ, ਹੌਰੀਜ਼ੌਂਟਲ ਰਹੇਗੀ, ਐਕਸ ਐਕਸਿਸ ਦੇ ਪੈਰਲਲ ਰਹੇਗੀ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਇਨਕਮ ਐਂਡ ਆਊਟਪੁੱਟ ਲਿੱਤੀ ਹੋਈ ਹੈ, ਐਗਰੀਗੇਟ ਸਪਲਾਈ ਲਿੱਤੀ ਹੋਈ ਹੈ, ਐਂਡ ਉਹ ਬਾਈ ਤੇ ਪ੍ਰਾਈਸ ਲਿੱਤਾ ਹੋਇਆ, ਪ੍ਰਾਈਸ ਲੈਵਲ ਲਿੱਤਾ ਹੋਇਆ। ਤਾਂ ਇੱਥੇ ਜਿਹੜਾ ਪ੍ਰਾਈਸ ਹੈ ਉਹ ਕਨਸਟੈਂਟ ਆ। ਕੇਮਸ ਕਹਿੰਦੇ ਨੇ ਕਿ ਪ੍ਰਾਈਸਿਸ ਦੇ ਵਿੱਚ ਇੰਨਾ ਚੇਂਜ ਨਹੀਂ ਹੋਏਗਾ, ਲਿਟਲ ਬਿਟ ਹੋਏਗਾ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਡਿਕਰੀਜ਼ ਹੋਏਗੀ, ਕਿਉਂਕਿ ਆਪਾਂ ਜਿਹੜੇ ਐਗਰੀਗੇਟ ਸਪਲਾਈ ਹੈ ਆਪਾਂ ਸ਼ਾਰਟ ਰਨ ਦੇ ਵਿੱਚ ਉਹਨੂੰ ਜਿੰਨੀ ਚਾਹੇ ਇਨਕਰੀਜ਼ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਪ੍ਰੋਡਕਸ਼ਨ ਦੀ ਜਿਹੜੀ ਹੈ ਪੋਟੈਂਸ਼ੀਅਲ ਪਾਵਰ ਪ੍ਰੋਡਕਸ਼ਨ ਨੂੰ ਪ੍ਰੋਡਿਊਸ ਕਰਨ ਦੀ ਉਹ ਹੈ, ਲੇਬਰ ਵੀ ਹੈ ਤੇ ਕੈਪੀਟਲ ਵੀ ਹੈ। ਜਿੰਨੀ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਉਨੀ ਆਪਾਂ ਲੇਬਰ ਤੇ ਜਿਹੜੀ ਆਪਣੀ ਕੈਪੀਟਲ ਹੈ ਉਹਦੀ ਡਿਮਾਂਡ ਇਨਕਰੀਜ਼ ਕਰ ਦੇਵਾਂਗੇ, ਜਿਹਦੇ ਥਰੂ ਪ੍ਰੋਡਕਸ਼ਨ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਇੱਥੇ ਕੀ ਆ, ਆਪਾਂ ਐਗਰੀਗੇਟ ਸਪਲਾਈ ਨੂੰ ਇਨਕਰੀਜ਼ ਕਰ ਸਕਦੇ ਆ, ਜਿਹਦੇ ਥਰੂ ਕਹਿੰਦੇ ਕੀ ਆ, ਜਿਹੜਾ ਐਗਰੀਗੇਟ ਡਿਮਾਂਡ ਦਾ ਇਫੈਕਟ ਉਹ ਘਟੇਗਾ ਤੇ ਪ੍ਰਾਈਸਿਸ ਕੀ ਆ ਆਪਣਾ ਸਟੇਬਲ ਰਹਿਣਗੀਆਂ। ਇਹ ਸੀਗੀ ਆਪਣੀ ਕੇਨਜ਼ੀਅਨ ਜਿਹੜੀ ਹੈ ਐਗਰੀਗੇਟ ਸਪਲਾਈ ਕਰਵ। ਉਸ ਤੋਂ ਬਾਅਦ ਹੈ ਆਪਣਾ ਐਗਰੀਗੇਟ ਸਪਲਾਈ ਕਰਵ ਇਨ ਦਾ ਲੌਂਗ ਰਨ। ਹੁਣ ਕਹਿੰਦੇ ਲੌਂਗ ਰਨ ਦੀ ਜਿਹੜੀ ਹੈ ਸਪਲਾਈ ਕਰਵ ਦੀ ਗੱਲ ਕੀਤੀ ਗਈ ਹੈ, ਤੇ ਜਿਹੜੀ ਇਹ ਸੀਗੀ ਸ਼ਾਰਟ ਰਨ ਦੀ ਐਗਰੀਗੇਟ ਸਪਲਾਈ ਕਰਵ ਬਾय ਦਾ ਕੇਨਜ਼ੀਅਨ। ਐਂਡ ਐਗਰੀਗੇਟ ਸਪਲਾਈ ਕਰਵ ਇਨ ਦਾ ਲੌਂਗ ਰਨ ਜੋ ਕਲਾਸਿਕਲ ਇਕੋਨੋਮਿਸਟ ਨੇ ਦਿੱਤੀ ਹੈ, ਕਹਿੰਦੇ ਅਕੋਰਡਿੰਗ ਟੂ ਕਲਾਸਿਕਲ ਇਕੋਨੋਮਿਸਟ ਦਾ AS curve is vertical indicated that there is a full employment level of output। ਤਾਂ ਜਿਹੜੇ ਕਲਾਸਿਕਲ ਇਕੋਨੋਮਿਸਟ ਨੇ ਉਹ ਕੀ ਕਹਿੰਦੇ ਨੇ ਕਿ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਰਹੇਗੀ, ਤੇ ਫੁੱਲ ਇੰਪਲੋਇਮੈਂਟ ਤੱਕ ਆਪਾਂ ਜਿਹੜੀ ਆਪਣੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਫੁੱਲ ਇੰਪਲੋਇਮੈਂਟ ਤੋਂ ਬਾਅਦ ਜਿਹੜੀ ਆਪਣੀ ਫੁੱਲ ਇੰਪਲੋਇਮੈਂਟ ਤੇ ਆਪਣੀ ਜਿਹੜੀ AS ਕਰਵ ਹੈ ਉਹ ਕੀ ਰਹਿ ਜਾਏਗੀ, ਵਾਈ ਐਕਸਿਸ ਦੇ ਪੈਰਲਲ ਰਹੇਗੀ, ਠੀਕ ਹੈ, ਉਹ ਵਰਟੀਕਲ ਰਹੇਗੀ। ਤਾਂ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਤੋਂ ਬਾਅਦ ਆਪਣੇ ਕੋਲ ਐਕਸਟਰਾ ਰਿਸੋਰਸਿਸ ਨਹੀਂ ਹੈਗੇ ਕਿ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕੀਏ, ਮੀਨਸ ਐਕਸਟਰਾ ਲੇਬਰ ਨਹੀਂ ਹੈਗੀ। ਇਫ ਦਾ ਸਰਟਨ ਸੈਕਟਰ ਦਾ ਮੈਨੂਫੈਕਚਰਿੰਗ ਫੇਸ ਹਾਈ ਡਿਮਾਂਡ ਦੇ ਰੇਜ਼ਿਸ ਦਾ ਪ੍ਰਾਈਸ ਆਫ देयर ਪ੍ਰੋਡਕਟਸ। ਤਾਂ ਕਹਿੰਦੇ ਆਪਣੀ ਜਿਹੜੀ ਲੌਂਗ ਰਨ ਦੇ ਵਿੱਚ ਐਗਰੀਗੇਟ ਸਪਲਾਈ ਕਰਵ ਹੈ क्लासिकल से थ्रू की रहेगी, कांस्टेंट रहेगी। तो अगर एग्रीगेट डिमांड कर्व फुल इंप्लॉयमेंट की सिचुएशन तो बाद बढ़ रही है तो सिर्फ प्राइसेस ही इंक्रीज होंगे, एग्रीगेट सप्लाई इंक्रीज नहीं होगी मैन्युफैक्चरिंग प्रोडक्ट्स की। कहते सेक्टर्स विटनेस हाई ग्रोथ ड्यू टू द हाई डिमांड, दे प्लान टू इन्वेस्ट मोर। अगर कहते ਜਿਹੜੇ ਆਪਣੇ ਇੰਡਸਟਰੀਅਲ ਸੈਕਟਰਸ ਨੇ ਉਹਨਾਂ ਨੇ ਡਿਮਾਂਡ ਦੇ ਅਕੋਰਡਿੰਗਸ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਸਪਲਾਈ ਇਨਕਰੀਜ਼ ਕਰਨੀ ਹੈ, ਤਦ ਉਹ ਇਨਵੈਸਟ ਜ਼ਿਆਦਾ ਕਰਨਗੇ ਕਿਹਨਾਂ ਦੇ ਵਿੱਚ, ਜਿਵੇਂ ਕਿ ਮਸ਼ੀਨਰੀ ਹੋ ਗਈ, ਮੋਰ ਮਟੀਰੀਅਲ ਹੋ ਗਿਆ, ਮੋਰ ਲੇਬਰ ਹੋ ਗਿਆ। ਤਾਂ ਇਹਦੇ ਵਿੱਚ ਇਨਵੈਸਟ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਇਨਕਰੀਜ਼ ਕਰ ਸਕਦੇ ਨੇ। ਇਟ ਹੈਜ਼ ਅ ਸਾਈਡ ਇਫੈਕਟ ਆਫ ਸ਼ਿਫਟਿੰਗ ਫੈਕਟਰ ਆਫ ਪ੍ਰੋਡਕਸ਼ਨਸ away from the lower demand sectors to the high demand sectors। लेकिन ਇੱਥੇ ਆਪਾਂ ਲੇਬਰ ਨੂੰ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਲੇਬਰ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਤੇ ਹੈ। ਤਦ ਕਹਿੰਦੇ ਆਪਾਂ ਜਿਹੜੀ ਹੈ ਟੈਕਨੋਲੋਜੀ ਟੈਕਨੀਕਲ ਇੰਪਰੂਵਮੈਂਟਸ ਤੇ ਜਿਹੜੀ ਆਪਣੀ ਕੈਪੀਟਲ ਹੈ ਉਹਨੂੰ ਯੂਜ਼ ਕਰਕੇ ਹੀ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। All the factor of productions are already employed, there is not any way to increase in overall productions, it will result in prices will supply will not increase, prices rise ਹੋਣਗੀਆਂ। ਕਹਿੰਦੇ ਸਪਲਾਈ ਇਨਕਰੀਜ਼ ਨਹੀਂ ਹੋਣਗੀ ਕਿਉਂਕਿ ਜਿਹੜੀ ਫੁੱਲ ਇੰਪਲਾਈਡ ਹੈ ਇਕਨੋਮੀ ਦੇ ਵਿੱਚ ਸਾਰੇ ਜਿਹੜੇ ਹੈ ਲੇਬਰ ਦੀ ਡਿਮਾਂਡ ਲੇਬਰ ਦੀ ਸਪਲਾਈ ਦੇ ਇਕੁਅਲ ਹੈ, ਠੀਕ ਹੈ। ਐਂਡ ਉਸ ਤੋਂ ਬਾਅਦ the level of output corresponding to full employment to the labor force is called the potential GDPY। ਤਾਂ ਕਲਾਸਿਕਲ ਐਗਰੀਗੇਟ ਸਪਲਾਈ ਕਰਵ ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਦੀ ਡਾਇਗਰਾਮ। ਤਾਂ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ ਅੰਡਰ ਦਾ ਅਜ਼ੰਪਸ਼ਨਸ, ਮੇਨ ਅਜ਼ੰਪਸ਼ਨ ਕੀ ਹੈ ਆਪਣੀ ਕਲਾਸਿਕਲ ਇਕਨੋਮਿਸਟ ਦੀ, wages are strictly, it does not mean however that sickness persists forever। ਕਹਿੰਦੇ wage rate adjust to the higher prices, wage rate ਦੇ ਥਰੂ ਕਹਿੰਦੇ ਜਿਹੜਾ wage rate higher prices ਨੂੰ adjust ਕਰਦੀਆਂ ਨੇ। when workers negotiations with firms over their wages they take into account two issues, price rise in the recent past and expected prices rise in the future। ਜਾਂ ਤਾਂ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ
ਜਿਹੜਾ ਪ੍ਰਾਈਸਿਸ ਸੀ ਇਨਕਰੀਜ਼ ਹੋ ਰਹੇ ਸੀ ਜਾਂ ਫਿਰ ਹੁਣ ਕੇ ਫਿਊਚਰ ਦੇ ਵਿੱਚ ਪ੍ਰਾਈਸਿਸ ਇਨਕਰੀਜ਼ ਹੋਣ ਦੀ ਸੰਭਾਵਨਾ ਹੈ। In the long run, input prices changes at actually the same rate as the output prices. ਤਾਂ ਆਊਟਪੁੱਟ ਪ੍ਰਾਈਸਿਸ ਨੇ ਜਿਵੇਂ ਕਿ ਚੇਂਜ ਹੁੰਦੇ ਨੇ ਉਵੇਂ ਇਨਪੁਟ ਪ੍ਰਾਈਸਿਸ ਵੀ ਚੇਂਜ ਹੁੰਦੇ ਨੇ। ਆਪਣੀ ਜਿਹੜੀ ਲੇਬਰ ਹੈ ਉਹ ਵੀ ਆਪਣੀ ਵੇਜ ਰੇਟ ਵਧਾਉਣ ਦੀ ਗੱਲ ਕਰਦੀ ਆ। ठीक है, aggregate supply curve becomes vertical, thus actual output in the long run is equal to potential output। तब कहते ਜਿਹੜੀ ਆਪਣੀ ਐਕਚੁਅਲ ਆਊਟਪੁੱਟ ਹੈ ਉਹ ਪੋਟੈਂਸ਼ੀਅਲ ਆਊਟਪੁੱਟ ਦੇ ਇਕੁਅਲ ਹੁੰਦੀ ਹੈ। ਤਾਂ ਐਗਰੀਗੇਟ ਸਪਲਾਈ ਕਰਵ ਕੀ ਹੁੰਦੀ ਹੈ, ਵਰਟੀਕਲ ਹੁੰਦੀ ਹੈ। ਤਾਂ ਇੱਥੇ ਕਲਾਸੀਕਲ ਐਗਰੀਗੇਟ ਸਪਲਾਈ ਕਰਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉਹ ਜਿਹੜੀ ਏਐਸ ਕਰਵ ਹੈ ਦਿਸ ਇਜ਼ ਅ ਵਰਟੀਕਲ, ਵਾਈ ਐਕਸਿਸ ਦੇ ਪੈਰਲਲ ਹੈ। ਤਾਂ ਉਹ ਐਕਸਿਸ ਤੇ ਆਊਟਪੁੱਟ ਐਂਡ ਇਨਕਮ ਦਿੱਤੀ ਹੋਈ ਹੈ, ਉਹ ਵਾਈ ਤੇ ਪ੍ਰਾਈਸ ਲੈਵਲ ਦਿੱਤਾ ਹੋਇਆ। AS curve is the aggregate supply curve। ਤਾਂ ਆਪਾਂ ਜਿਹੜੀ OY production ਹੈ this is the we have the actual production ਜੋ ਹੋ ਰਹੀ ਹੈ full employment ਦੀ situation ਤੇ full employment ਹੈ ਜਿੱਥੇ ਆਪਣੀ ਇਕਨੋਮੀ ਕੀ ਹੈ ਪ੍ਰੋਡਿਊਸ ਕਰ ਰਹੀ ਹੈ। ਇਸ ਤੋਂ ਜ਼ਿਆਦਾ ਪ੍ਰੋਡਿਊਸ ਨਹੀਂ ਕਰ ਸਕਦੀ ਕਿਉਂਕਿ ਆਪਣੇ ਕੋਲ ਪੋਟੈਂਸ਼ੀਅਲ ਪਾਵਰ ਇਸ ਤੋਂ ਜ਼ਿਆਦਾ ਨਹੀਂ ਹੈਗੀ। ਤੇ ਇਸ ਤੋਂ ਬਾਅਦ ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਤਾਂ ਪ੍ਰਾਈਸਿਸ ਹੀ ਕੀ ਹੋਣਗੀਆਂ, ਓਨਲੀ ਹਾਈ ਹੋਣਗੀਆਂ। ਐਂਡ ਉਸ ਤੋਂ ਬਾਅਦ ਹੈ ਆਪਣਾ शिफ्ट इन द लॉन्ग रन एएस कर्व। लेकिन कहते क्लासिकल स्कूल है कि जी लॉन्ग रन दी एएस कर्व है एग्रीगेट सप्लाई कर्व वो भी शिफ्ट हो सकती है। जिवें कि उन्होंने बोलिया होर इंसैंटिव्स करके, कैपिटल करके, टेक्नोलॉजी करके, टेक्निकल प्रोग्रेस करके कहते जी लॉन्ग रन दी एग्रीगेट सप्लाई कर्व है उन्होंने इनक्रीज कर सकते हैं। ਤਾਂ ਸ਼ਿਫਟ ਇਨ ਦਾ ਲੌਂਗ ਰਨ ਐਗਰੀਗੇਟ ਸਪਲਾਈ ਕਰਵ, ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਲੌਂਗ ਰਨ ਦੇ ਵਿੱਚ ਸ਼ਿਫਟ ਕਿਸ ਤਰ੍ਹਾਂ ਹੋਏਗੀ ਆਪਾਂ ਦੇਖਦੇ ਹਾਂ। कहते पोटेंशियल आउटपुट चेंजेस ओवर टाइम। कहते जी पोटेंशियल आउटपुट है आप ओवर अ टाइम चेंज कर सकते हैं। कहते लेट अस फाइंड आउट द रीजंस फॉर सच चेंज इन पोटेंशियल आउटपुट। कहते किस तरह आप जी पोटेंशियल आउटपुट है उन्होंने चेंज कर सकते हो फुल इंप्लॉयमेंट तो बाद भी। कहते देयर इज अ सर्टेन रीजंस जिवें कि चेंज इन द क्वांटिटी ऑफ लेबर एंड उस तो बाद स्टॉक ऑफ कैपिटल, कैपिटल का स्टॉक इंक्रीज करके अमाउंट ऑफ नेचुरल रिसोर्सिस, नेचुरल रिसोर्सिस की अमाउंट इनक्रीज करके ते टेक्नोलॉजी नो इंप्रूव करके देयर आर टू सोर्सेस ऑफ ग्रोथ। ठीक है, इन्हां सारे जिहड़े ने आपां इक्विपमेंट्स के थ्रू अपनी जिहड़ी लॉन्ग रन दी एग्रीगेट सप्लाई है उन्होंने इनक्रीज कर सकते हैं। कहते देयर आर टू सोर्सिस ऑफ ग्रोथ। कहते टू सोर्सिस ऑफ ग्रोथ ने तुहानूं पता है कि लॉन्ग रन दे विच जिहड़े सारे फैक्टर्स ने वो कितने वेरीएबल हुंदे ने फैक्टर ऑफ प्रोडक्शन। तो सारे फैक्टर्स को आप इंक्रीज करके अपनी प्रोडक्शन इंक्रीज कर सकते हैं। कहते टू सोर्सिस ऑफ ग्रोथ, कहते फर्स्ट इज ग्रोथ ऑफ इनपुट्स एंड सैकेंड इज अ टेक्निकल प्रोग्रेस। कहते अगर आपने अपनी प्रोडक्शन इंक्रीज करनी है, इनकम एंड आउटपुट इंक्रीज करनी है तो फर्स्टली तो आप ग्रोथ ऑफ इनपुट्स जितने भी इनपुट्स ने जिन्होंने के थ्रू आउटपुट्स होंगी है, इनपुट्स हो गया जिवें कि लेबर हो गया, कैपिटल हो गया, टेक्नोलॉजी हो गया, रॉ मटीरियल हो गया। ठीक है, इन्होंने इंक्रीज करके अपनी आउटपुट इंक्रीज कर सकते हैं। सैकेंडली टेक्निकल प्रोग्रेस, टेक्नोलॉजी को इंप्रूव करके। ठीक है, नवी नवी मशीनां लिया के रिसर्च वर्क करके, ठीक है, जिहदे थ्रू साडी की होएगी एफिशिएंसी इंक्रीज होएगी। पोटेंशियल जीडीपी जी पोटेंशियल पावर इंक्रीज करता है अपनी इकोनॉमी की प्रोडक्शन की, पोटेंशियल जीडीपी को इंक्रीज करता है। इंक्रीज ओवर टाइम एज द इकोनॉमी अकमुलेट रिसोर्सेज देयर आर मोर मशीनरी, जिवें कि मोर मशीनरी यूज करना, मोर बिल्डिंग सेटअप करना, मोर रॉ मटीरियल यूज करना। that these inputs lead to an increase in the production capacity of the economy। other sources की मैंने दूसरे अगर technical progress taking place over a time in many fields, you would have noticed how more and more powerful computers and mobile phones have been invented over a years। ठीक है, दिस इज अ टेक्निकल इम्प्रूवमेंट। सच इम्प्रूवमेंट्स इन टेक्नोलॉजी इज टेकिंग प्लेस इन द मोस्ट फील्ड। टेक्निकल प्रोग्रेस लीड्स टू इंक्रीज इन द प्रोडक्टिविटी ऑफ एफिशिएंसी। कि एफिशिएंसी जेडी प्रोडक्टिविटी जेडी इंक्रीज होती है टेक्निकल प्रोग्रेस दे करके, ता वी कैन प्रोड्यूस मोर आउटपुट लेवल्स थ्रू द सेम लेवल ऑफ इनपुट। सेम लेवल ऑफ इनपुट्स तो आप थ्रू द टेक्निकल इंप्रूवमेंट जेडी आउटपुट अपन इंक्रीज कर सकते हैं। Thus the position of classical AS curve moves to the right over a period of time। ਤਾਂ ਜਿਹੜੇ ਕਲਾਸਿਕਲਸ ਕਹਿੰਦੇ ਸੀਗੇ ਕਿ ਫੁੱਲ ਇੰਪਲੋਇਮੈਂਟ ਤੱਕ ਹੀ ਲੌਂਗ ਰਨ ਦੇ ਵਿੱਚ ਆਪਾਂ ਜਿਹੜੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ, ਇੱਥੇ ਉਹ
ਉਹਨੂੰ ਉਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਆਪਾਂ ਕਲਾਸੀਕਲਸ ਲੈਵਲ ਦੀ ਆਊਟਪੁੱਟ ਤੋਂ ਵੀ ਜ਼ਿਆਦਾ ਆਊਟਪੁੱਟ ਇਨਕਰੀਜ਼ ਕਰ ਸਕਦੇ ਹਾਂ ਪੋਟੈਂਸ਼ੀਅਲ ਆਊਟਪੁੱਟ ਨੂੰ, ਠੀਕ ਹੈ, ਵਿਦ ਦਾ ਯੂਜ਼ ਆਫ ਅਦਰ ਫੈਕਟਰਸ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਸ਼ਿਫਟ ਇਨ ਦਾ ਲੌਂਗ ਰਨ ਐਗਰੀਗੇਟ ਸਪਲਾਈ ਕਰਵ, ਜਿਹੜੀ ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਹੈ ਕਲਾਸੀਕਲਸ ਦੀ, ਉਹ ਕੀ ਆ, ਰਾਈਟ ਸਾਈਡ ਸ਼ਿਫਟ ਹੋ ਰਹੀ ਹੈ। ਜਿਵੇਂ ਕਿ ਉਹ ਐਕਸ ਅਕਸ਼ ਤੇ ਆਪਣੀ ਇਨਕਮ ਐਂਡ ਆਊਟਪੁੱਟ ਲਿਖੀ ਹੋਈ ਹੈ, ਉਹ ਵਾਈ ਤੇ ਪ੍ਰਾਈਸ ਲੈਵਲ ਲਿਖਤਾ ਹੋਇਆ ਹੈ। ਜਿਹੜੀ ਆਪਣੀ ਇਨੀਸ਼ੀਅਲ ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਹੈ ਦੈਟ ਇਜ਼ ਅ LRAS1, ਤੇ ਉਸ ਤੋਂ ਬਾਅਦ ਕਹਿੰਦੇ Y1 ਤੱਕ ਕੀ ਆ ਆਪਣੀ ਆਊਟਪੁੱਟ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਉਹ Y1 ਆਊਟਪੁੱਟ ਹੈ, ਦਿਸ ਇਜ਼ ਦਾ ਫੁੱਲ ਇੰਪਲੋਇਮੈਂਟ ਲੈਵਲ। ਲੇਕਿਨ ਇਸ ਤੋਂ ਬਾਅਦ ਵੀ ਆਪਾਂ ਲੌਂਗ ਰਨ ਦੇ ਵਿੱਚ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਹਾਂ ਕਿਸ ਚੀਜ਼ ਦੇ ਥਰੂ, growth in inputs and technical progress, ਜਿਵੇਂ ਕਿ ਬਿਲਡਿੰਗ ਦੀ ਸਾਈਜ਼ ਨੂੰ ਇਨਕਰੀਜ਼ ਕਰਨਾ, ਮਸ਼ੀਨਰੀ ਨੂੰ ਇਨਕਰੀਜ਼ ਕੀਤਾ, ਰॉ ਮਟੀਰੀਅਲ ਨੂੰ ਇਨਕਰੀਜ਼ ਕੀਤਾ, ਠੀਕ ਹੈ। ਤਾਂ ਇਹਦੇ ਥਰੂ ਆਪਣੀ ਜਿਹੜੀ ਆਊਟਪੁੱਟ ਹੈ ਉਹ ਇਨਕਰੀਜ਼ ਹੋ ਕੇ ਕਿੰਨੀ ਹੋਗੀ, OY1 ਤੋਂ OY2 ਹੋ ਜਾਏਗੀ ਲੌਂਗ ਰਨ ਦੀ ਆਊਟਪੁੱਟ, ਠੀਕ ਹੈ। ਤਾਂ LRAS ਜਿਹੜੀ ਹੈ ਆਪਣੀ ਨਿਊ ਕਰਵ ਹੈ ਜੋ ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਨੂੰ ਸ਼ੋ ਕਰ ਰਹੀ ਹੈ। ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਹੈ ਜਿਹੜੀ ਇਨਕਰੀਜ਼ ਹੋ ਕੇ ਰਾਈਟ ਸਾਈਡ ਸ਼ਿਫਟ ਹੋ ਜਾਏਗੀ, ਜੋ ਲੌਂਗ ਰਨ ਦੀ ਸਪਲਾਈ ਦੇ ਵਿੱਚ ਇਨਕਰੀਜ਼ ਨੂੰ ਸ਼ੋ ਕਰਦੀ ਹੈ, ਜਿਹਦੇ ਤੋਂ ਸਾਡੀ ਪ੍ਰੋਡਕਟ ਪੋਟੈਂਸ਼ੀਅਲ ਜਿਹੜੀ ਪ੍ਰੋਡਕਸ਼ਨ ਹੈ, ਪੋਟੈਂਸ਼ੀਅਲ ਕੈਪੈਸਿਟੀ ਜਿਹੜੀ ਉਹ ਸਾਡੀ ਕੀ ਆ, increase ਹੋਈ ਹੈ। This is the shift in the long run aggregate supply curve. And the next is aggregate supply curve in the medium run. ਹੁਣ ਦੇਖੋ ਆਪਾਂ ਨੇ ਲੌਂਗ ਰਨ ਦੀ ਵੀ ਗੱਲ ਕਰ ਲਈ, ਸ਼ਾਰਟ ਰਨ ਦੀ ਵੀ ਗੱਲ ਕਰ ਲਈ, ਠੀਕ ਹੈ। ਲੌਂਗ ਰਨ ਦੇ ਵਿੱਚ ਆਪਾਂ ਐਗਰੀਗੇਟ ਸਪਲਾਈ ਨੂੰ ਇਨਕਰੀਜ਼ ਕਰ ਸਕਦੇ ਹਾਂ, ਰਾਈਟ ਸਾਈਡ ਸ਼ਿਫਟ ਕਰ ਸਕਦੇ ਹਾਂ। ਐਂਡ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਦੇਖਿਆ ਸੀ ਕਿ ਐਕਸ ਐਕਸਿਸ ਦੇ ਪੈਰਲਲ ਸੀ ਆਪਣੀ ਜਿਹੜੀ ਐਗਰੀਗੇਟ ਸਪਲਾਈ ਕਰਵ ਮੀਨਸ ਹੌਰੀਜ਼ੌਂਟਲ ਸੀਗੀ, ਕੇਰਜੀਅਨ ਅਪਰੋਚ ਆਪਾਂ ਨੇ ਦੇਖੀ ਸੀ। ਲੌਂਗ ਰਨ ਦੇ ਵਿੱਚ ਆਪਾਂ ਨੇ ਕਲਾਸੀਕਲ ਅਪਰੋਚ ਦੇਖੀ ਸੀ। ਹੁਣ ਆਪਾਂ ਦੇਖਦੇ ਹਾਂ ਐਗਰੀਗੇਟ ਸਪਲਾਈ ਕਰਵ ਇਨ ਅ ਮੀਡੀਅਮ ਰਨ, ਕਿ ਜਿਹੜਾ ਸ਼ਾਰਟ ਰਨ ਹੈ ਸ਼ਾਰਟ ਪੀਰੀਅਡ ਹੈ, ਤੇ ਜਿਹੜਾ ਲੌਂਗ ਰਨ ਹੈ ਲੌਂਗ ਪੀਰੀਅਡ ਹੈ, ਉਹਦੇ ਜਿਹੜਾ ਵਿੱਚ ਵਾਲਾ ਟਾਈਮ ਹੈ ਦੈਟ ਇਜ਼ ਅ ਮੀਡੀਅਮ ਟਾਈਮ, ਕਿ ਮੀਡੀਅਮ ਟਾਈਮ ਦੇ ਵਿੱਚ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਕਿਸ ਤਰ੍ਹਾਂ ਦੀ ਰਹੇਗੀ, ਐਗਰੀਗੇਟ ਸਪਲਾਈ ਕੀ ਰਹੇਗੀ। ਤਾਂ ਤੁਸੀਂ ਐਗਰੀਗੇਟ ਸਪਲਾਈ ਕਰਵ ਇਨ ਦਾ ਮੀਡੀਅਮ ਰਨ ਦੇਖ ਸਕਦੇ ਹੋ। ਕਹਿੰਦੇ ਮੀਡੀਅਮ ਰਨ ਇਜ਼ ਅ ਪੀਰੀਅਡ ਆਫ ਟਾਈਮ ਡਿਊਰਿੰਗ ਵਿਚ ਇਜ਼ ਦਾ ਇਕਨੋਮੀ ਐਡਜਸਟ ਇਟਸ ਫਿਕਸਡ ਇਨਪੁਟਸ ਟੂ ਇਟਸ ਲੌਂਗ ਰਨ ਲੈਵਲ। ਹੁਣ ਸ਼ਾਰਟ ਰਨ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਸੀ ਓਨਲੀ ਵੇਰੀਏਬਲਸ ਫੈਕਟਰਸ ਦੇ ਥਰੂ ਇਨਕਰੀਜ਼ ਹੁੰਦੀ ਸੀ, ਜਿਹੜੇ ਫਿਕਸ ਫੈਕਟਰ ਸੀ ਉਹ ਫਿਕਸ ਸੀਗੇ। ਹੁਣ ਮੀਡੀਅਮ ਫੈਕਟਰ ਆਪਣਾ ਮੀਡੀਅਮ ਟਾਈਮ ਪੀਰੀਅਡ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਜਿਹੜੇ ਆਪਣੇ ਫਿਕਸ ਫੈਕਟਰ ਸੀ ਆਪਾਂ ਉਹਨਾਂ ਨੂੰ ਵੀ ਕੀ ਕਰਨਾ ਸਟਾਰਟ ਕਰ ਦਿੰਦੇ ਹਾਂ, ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੇ ਹਾਂ, ਠੀਕ ਹੈ। ਜਿਹੜੇ ਲੌਂਗ ਰਨ ਦੇ ਵਿੱਚ ਵੀ ਕੀ ਨੇ, ਸਾਰੇ ਫੈਕਟਰਸ ਇਨਕਰੀਜ਼ ਹੋ ਜਾਂਦੇ ਨੇ ਲੌਂਗ ਰਨ ਚ ਪਹੁੰਚਦੇ ਤਾਂ ਕਹਿੰਦੇ 5 ਤੋਂ 10 ਸਾਲ ਦਾ ਜਿਹੜਾ ਹੈ ਟਾਈਮ ਆ ਮੀਡੀਅਮ ਰਨ ਇਹਦੇ ਵਿੱਚ ਆਉਂਦਾ, 5 to 10 ਇਅਰਸ ਮੀਡੀਅਮ ਰਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਬਿਲਡਿੰਗ ਸੈਟਅਪ ਕਰਨ ਦੇ ਲਈ, ਪਲਾਂਟ ਸੈਟਅਪ ਕਰਦੇ ਨੂੰ, ਮਸ਼ੀਨਰੀ ਲੈਂਡ ਨੂੰ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ AS ਕਰਵ ਇਜ਼ ਵਰਟੀਕਲ ਇਨ ਦਾ ਲੌਂਗ ਰਨ, ਜਿਹੜਾ ਲੌਂਗ ਰਨ ਹੈ ਉਹਦੇ ਵਿੱਚ AS ਕਰਵ ਵਰਟੀਕਲ ਰਹੇਗੀ, ਐਂਡ ਜਿਹੜਾ ਹੈ ਜਿਹਨੂੰ ਆਪਾਂ ਕਲਾਸੀਕਲਸ ਬੋਲਦੇ ਹਾਂ, ਐਂਡ ਹੌਰੀਜ਼ੌਂਟਲ ਇਨ ਦਾ ਸ਼ਾਰਟ ਰਨ ਜਿਹੜੀ ਕੇਨਜ਼ੀਅਨ ਅਪਰੋਚ ਹੈ, ਐਂਡ ਮੀਡੀਅਮ ਇਨ ਦਾ ਜਿਹੜਾ ਹੈ 5 to 10 years ਦੇ ਕੇਸਿਸ ਦੇ ਵਿੱਚ। ਕਹਿੰਦੇ AS ਕਰਵ ਇਜ਼ ਸਮਵਟ ਇਨ ਬਿਟਵੀਨ ਦਾ ਟੂ ਇਜ਼ ਅਪਵਰਡ ਸਲੋਪਿੰਗ ਇਨ ਦਾ ਮੀਡੀਅਮ ਰਨ। ਤਾਂ ਜਿਹੜੀ ਹੌਰੀਜ਼ੌਂਟਲ ਹੈ ਤੇ ਵਰਟੀਕਲ ਹੈ, ਤਾਂ ਇਹ ਕੇਨਜ਼ੀਅਨ ਤੇ ਕਲਾਸੀਕਲਸ ਦੇ ਵਿੱਚ ਜੋ ਹੈ ਆਪਣੀ ਸਲੋਪ ਕਰਵ AS ਜੋ ਕੀ ਰਹੇਗੀ ਸਾਡੀ ਲੈਫਟ ਰਾਈਟ ਅਪਵਰਡ ਰਹੇਗੀ, ਠੀਕ ਹੈ, ਜਿਹਦੇ ਵਿੱਚ ਆਪਾਂ ਫਿਕਸ ਫੈਕਟਰਸ ਦੇ ਵਿੱਚ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੇ ਹਾਂ, ਜਿਹਦੇ ਵਿੱਚ ਸਾਡੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ। ਤਾਂ ਆਪਾਂ ਕਹਿ ਸਕਦੇ ਹਾਂ ਮੀਡੀਅਮ ਰਨ ਡਾਇਨਾਮਿਕਸ ਕਰਵ ਹੁੰਦੀ ਹੈ AS ਕਰਵ, ਠੀਕ ਹੈ। ਇਨ ਦਾ ਕੇਸ ਦਾ ਫਰਮਸ face high demand for their goods and services, they respond to producing more in the short run as the aggregate output continues to increase। ਅਗਰ ਕਹਿੰਦੇ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਜਾਂਦੀ ਆ ਤਾਂ ਆਪਾਂ ਸ਼ਾਰਟ ਰਨ ਦੇ ਵਿੱਚ ਆਪਣੇ ਵੇਰੀਏਬਲਸ ਫੈਕਟਰਸ ਨੂੰ ਇਨਕਰੀਜ਼ ਕਰਦੇ ਆ, ਤਾਂ ਆਪਣੀ ਜਿਹੜੀ ਆਊਟਪੁੱਟ ਉਹ ਇਨਕਰੀਜ਼ ਹੋਏਗੀ। ਉਸ ਤੋਂ ਬਾਅਦ ਐਗਰੀਗੇਟ ਡਿਮਾਂਡ ਹੋਰ ਇਨਕਰੀਜ਼ ਹੁੰਦੀ ਆ ਤਾਂ ਆਪਾਂ ਮੀਡੀਅਮ ਰਨ ਦੇ ਵਿੱਚ ਆਪਣੇ ਜਿਹੜੇ ਫਿਕਸ ਫੈਕਟਰਸ ਨੇ ਉਹਨਾਂ ਨੂੰ ਵੀ ਚੇਂਜ ਕਰਨਾ ਸਟਾਰਟ ਕਰ ਦਿੰਦੇ ਆ, ਠੀਕ ਹੈ। ਆਪਣੀ ਐਗਰੀਗੇਟ ਜਿਹੜੀ ਹੈ ਡਿਮਾਂਡ ਦੇ ਅਕੋਰਡਿੰਗ ਐਗਰੀਗੇਟ ਸਪਲਾਈ ਵੀ ਕੀ ਆ ਇਨਕਰੀਜ਼ ਹੁੰਦੀ ਜਾਏਗੀ। ਤਾਂ ਐਗਰੀਗੇਟ ਡਿਮਾਂਡ ਕੀਪਸ ਔਨ ਇਨਕਰੀਜ਼ਿੰਗ ਫਰਦਰ, ਫਰਮਸ will start increasing prices. The firm also begin to reach their full capacity contains, they cannot increase the production capacity in the ਤਾਂ ਇਸ ਦੇ ਵਿੱਚ ਦੇਖ ਸਕਦੇ ਆ ਪੂਰੀ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਆ
कि ਜਿਹੜੀ as the AD increases, ਜਦੋਂ aggregate demand curve increase ਹੋ ਰਹੀ ਹੈ, the firm response would be to increase output in the beginning, ਤਾਂ beginning ਦੇ ਵਿੱਚ ਜਿਹੜੀ output ਹੈ ਉਹ ਵੀ increase ਹੋ ਰਹੀ ਹੈ। A ਤੋਂ B ਜਿਹੜੀ ਹੈ ਆਪਣੀ short run टाइम पीरियड है, ਜਿਹੜੀ केन्जियन अप्रोच है ਇੱਥੇ ਅਪਲਾਈ ਹੋ ਰਹੀ ਹੈ। ਤਾਂ A ਤੋਂ B ਤੱਕ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੋਏਗੀ A ਤੋਂ B, ਲੇਕਿਨ ਪ੍ਰਾਈਸਿਸ ਇਨਕਰੀਜ਼ ਨਹੀਂ ਹੋਏਗਾ, ਪ੍ਰਾਈਸਿਸ ਕੀ ਨੇ ਕਾਂਸਟੈਂਟ ਰਹਿਣਗੇ, ਕਿਉਂਕਿ ਪ੍ਰਾਈਸ ਦੇ ਨਾਲੋਂ ਆਪਣੀ ਜਿਹੜੀ ਹੈ ਐਗਰੀਗੇਟ ਡਿਮਾਂਡ ਦਾ ਜਿਹੜਾ ਇਫੈਕਟ ਹੈ ਉਹ ਪ੍ਰਾਈਸ ਦੇ ਕਰਕੇ ਸਪਲਾਈ ਤੇ ਜ਼ਿਆਦਾ ਹੈ। ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਸਪਲਾਈ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਜਿਹਦੇ ਕਰਕੇ ਪ੍ਰਾਈਸਿਸ ਕੀ ਨੇ ਸਟੇਬਲ ਨੇ। ਐਂਡ ਉਸ ਤੋਂ ਬਾਅਦ B ਤੋਂ C, ਜਿੱਥੇ ਐਗਰੀਗੇਟ ਸਪਲਾਈ ਕੀ ਆ ਲੈਫਟ ਰਾਈਟ ਅਪਵਰਡ ਹੈ, ਉੱਥੇ ਕਹਿੰਦੇ ਕੀ ਆ ਜਿਹਦੀ ਐਗਰੀਗੇਟ ਸਪਲਾਈ ਇਨਕਰੀਜ਼ ਹੋ ਰਹੀ ਹੈ, ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਰਹੀ ਹੈ, ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੋ ਰਹੀ ਹੈ, ਤੇ ਨਾਲ ਦੀ ਨਾਲ ਪ੍ਰਾਈਸਿਸ ਵੀ ਕੀ ਨੇ ਇਨਕਰੀਜ਼ ਹੋ ਰਹੇ ਨੇ। ਤੇ ਉਸ ਤੋਂ ਬਾਅਦ ਹੈ ਜਿਹੜਾ ਇਹ ਸਾਡਾ ਸੀ ਮੀਡੀਅਮ ਟਾਈਮ ਪੀਰੀਅਡ B ਤੋਂ C ਤੱਕ ਦਾ 5 to 10 ਇਅਰਸ ਦਾ। ਉਸ ਤੋਂ ਬਾਅਦ C ਤੋਂ D ਸਾਨੂੰ ਜਿਹੜੀ AS ਕਰਵ ਹੈ ਜਿੱਥੇ ਆਪਣੀ ਠੀਕ ਹੈ ਇੱਥੇ ਕੀ ਕਹਿ ਸਕਦੇ ਆਪਣੀ AS ਕਰਵ ਇਜ਼ ਅ ਵਰਟੀਕਲ ਇਨ ਦਾ ਲੌਂਗ ਰਨ। C ਤੋਂ D ਆਪਣੀ AS ਕਰਵ ਵਰਟੀਕਲ ਹੈ, ਇਹ ਕਲਾਸਿਕਲ ਜਿਹੜੀ ਸਪਲਾਈ ਕਰਵ ਹੈ ਐਗਰੀਗੇਟ ਸਪਲਾਈ ਕਰਵ। ਤਾਂ ਇਹ ਕੀ ਸ਼ੋ ਕਰ ਰਹੀ ਹੈ ਕਿ ਜਿਹੜੀ ਸਪਲਾਈ ਕਰਵ ਹੈ C ਤੋਂ D ਤੱਕ ਵਰਟੀਕਲ ਹੈ, ਮੀਨਸ ਐਗਰੀਗੇਟ ਸਪਲਾਈ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਸਪਲਾਈ ਤੇ ਕੋਈ ਵੀ ਇਫੈਕਟ ਨਹੀਂ ਪਏਗਾ, ਐਗਰੀਗੇਟ ਸਪਲਾਈ ਕਾਂਸਟੈਂਟ ਰਹੇਗੀ, ਓਨਲੀ ਪ੍ਰਾਈਸਿਸ ਹੀ ਚੇਂਜ ਹੋਣਗੇ। ਜਦੋਂ ਐਗਰੀਗੇਟ ਜਿਹੜੀ ਡਿਮਾਂਡ ਹੈ C ਹੈ ਤਾਂ ਐਗਰੀਗੇਟ ਪ੍ਰਾइस भी सी, अगर कदे एग्रीगेट डिमांड इंक्रीज हो गई C तो D हो जाते तो प्राइसेस भी इंक्रीज हो जाते हैं, लेकिन सप्लाई कांस्टेंट है। सप्लाई कितनी है OY है, OY ही रहेगी क्योंकि ਜਿਹੜੀ ਹੈ ਇਕਨੋਮੀ ਦੇ ਵਿੱਚ ਕਲਾਸਿਕਲ ਦੇ ਅਕੋਰਡਿੰਗ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ, ਤਾਂ ਆਪਣੀ ਜਿਹੜੀ ਇਕਨੋਮੀ ਹੋ ਇਥੋਂ ਤੱਕ ਹੀ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਹੈ। ਇਸ ਤੋਂ ਬਾਅਦ ਆਪਣੀ ਪ੍ਰੋਡਕਸ਼ਨ ਨੂੰ OY ਤੋਂ ਬਾਅਦ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰ ਸਕਦੀ। ਇਸ ਤੋਂ ਬਾਅਦ ਜਿਹੜੀਆਂ ਸਿਰਫ ਪ੍ਰਾਈਸਿਸ ਨੇ ਉਹੀ ਕੀ ਹੋਣਗੀਆਂ ਇਨਕਰੀਜ਼ ਹੋਣਗੀਆਂ, ਤੇ ਐਗਰੀਗੇਟ ਸਪਲਾਈ ਤੇ ਕੋਈ ਵੀ ਇਫੈਕਟ ਨਹੀਂ ਪਏਗਾ ਡਿਮਾਂਡ ਦਾ। ਤਾਂ ਇਹ ਸੀਗੀ ਆਪਣੀਆਂ 3 ਟਾਈਮ ਪੀਰੀਅਡਸ। ਫਰਸਟ ਇਜ਼ ਦਾ ਸ਼ਾਰਟ ਟਾਈਮ ਪੀਰੀਅਡਸ ਅਕੋਰਡਿੰਗ ਟੂ ਕੇਨਜ਼ੀਅਨ A to B, ਜਿਹਦੇ ਵਿੱਚ ਪ੍ਰਾਈਸਿਸ ਸਟੇਬਲ ਨੇ ਐਂਡ ਓਨਲੀ ਐਗਰੀਗੇਟ ਡਿਮਾਂਡ ਦੇ ਥਰੂ ਆਪਣੀ ਸਪਲਾਈ ਇਨਕਰੀਜ਼ ਹੋ ਰਹੀ ਹੈ ਕਿਉਂਕਿ ਪੋਟੈਂਸ਼ੀਅਲ ਪਾਵਰ ਹੈ ਆਊਟਪੁੱਟ ਇਨਕਰੀਜ਼ ਕਰਨ ਦੀ। ਐਂਡ B ਤੋਂ C ਇਜ਼ ਅ ਮੀਡੀਅਮ ਟਾਈਮ ਪੀਰੀਅਡ, ਜਿਹਦੇ ਵਿੱਚ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਸਪਲਾਈ ਵੀ ਇਨਕਰੀਜ਼ ਹੋ ਰਹੀ ਹੈ ਤੇ ਨਾਲ ਦੀ ਨਾਲ ਪ੍ਰਾਈਸਿਸ ਵੀ ਇਨਕਰੀਜ਼ ਹੋ ਰਹੀਆਂ ਨੇ। ਐਂਡ C ਤੋਂ D ਤੱਕ ਕਰਕੇ ਦਿਸ ਇਜ਼ ਦਾ ਕਲਾਸਿਕਲ ਐਵਰੇਜ ਐਗਰੀਗੇਟ ਸਪਲਾਈ ਕਰਵ ਜੋ ਕਿ ਆ ਵਰਟੀਕਲ ਹੈ, ਤੇ ਉਹ ਸ਼ੋ ਕਰ ਰਹੀ ਹੈ ਕਿ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਸਿਰਫ अपनी प्राइसेस ही इंक्रीज होगी, सप्लाई पे कोई भी इफेक्ट नहीं पेगा, सप्लाई OY ही रहेगी क्योंकि इकोनॉमी ਦੇ ਵਿੱਚ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ। ਇਸ ਤੋਂ ਜ਼ਿਆਦਾ ਆਪਣੇ ਕੋਲ ਰਿਸੋਰਸਸ ਨਹੀਂ ਹੈਗੇ ਕਿ ਆਪਾਂ ਪ੍ਰੋਡਕਸ਼ਨ ਇਨਕਰੀਜ਼ ਕਰ ਸਕੀਏ। ਤਾਂ ਇਹਦਾ ਸੀਗੀ ਸਾਡੀ ਐਗਰੀਗੇਟ ਸਪਲਾਈ ਕਰਵ ਇਨ ਦਾ ਮੀਡੀਅਮ ਰਨ, ਸ਼ਾਰਟ ਰਨ ਐਂਡ ਲੌਂਗ ਰਨ। ਤੇ ਉਸ ਤੋਂ ਬਾਅਦ ਹੈ ਸ਼ਿਫਟ ਇਨ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ। ਕਹਿੰਦੇ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਆਪਣੀ ਇਸ ਤੋਂ ਪਹਿਲਾਂ ਬਤਾ ਦਿੰਦੇ ਸਲੋਪ ਆਫ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਕਿ ਐਗਰੀਗੇਟ ਸਪਲਾਈ ਕਰਵ ਦੀ ਜਿਹੜੀ ਸਲੋਪ ਹੈ ਉਹ ਕਿਸ ਤਰ੍ਹਾਂ ਦੀ ਰਹੇਗੀ। ਤਾਂ ਇਨਪੁਟ ਜਿਹੜੀ ਐਗਰੀਗੇਟ ਸਪਲਾਈ ਕਰਵ ਦੀ ਸਲੋਪ ਆ ਉਹ ਕੀ ਹੈ ਲੈਫਟ ਰਾਈਟ ਅਪਵਰਡ ਹੈ, ਜੋ ਸਾਨੂੰ ਕੀ ਦੱਸ ਰਹੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਐਂਡ ਆਊਟਪੁੱਟ, ਕਿ ਜਿਹੜੀ ਆਪਣੀ ਐਗਰੀਗੇਟ ਸਪਲਾਈ ਹੈ ਉਹ ਤੇ ਪ੍ਰਾਈਸਿਸ ਦਾ ਪੂਰਾ ਇਫੈਕਟ ਪੈ ਰਿਹਾ ਹੈ। ਜਿਵੇਂ ਜਿਵੇਂ ਪ੍ਰਾਈਸਿਸ ਇਨਕਰੀਜ਼ ਹੁੰਦੇ ਜਾ ਰਹੇ ਨੇ ਆਪਣੀ ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੋਏਗੀ, ਜਿਵੇਂ ਜਿਵੇਂ ਪ੍ਰਾਈਸਿਸ ਡਿਕਰੀਜ਼ ਹੋਣਗੇ ਆਪਣੀ ਐਗਰੀਗੇਟ ਸਪਲਾਈ ਦੀ ਕੀ ਹੈ ਡਿਕਰੀਜ਼ ਹੋਏਗੀ। ਕਹਿੰਦੇ ਇਫ ਪ੍ਰੋਡਿਊਸਰਸ ਐਕਸਪੈਕਟ ਦੈਟ ਪ੍ਰਾਈਸਿਸ ਵਿਲ ਇਨਕਰੀਜ਼ ਬਾਈ 10% in the coming years, prices actually increases by the 10%, then ਕੀ ਆ ਕਹਿੰਦੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਉਹ ਵੀ ਇਨਕਰੀਜ਼ ਹੋ ਜਾਏਗੀ। ਤਾਂ ਕੇਜੀਐਮ ਵਿਊ ਨੇ ਦੇ hold that an increase in the price level is not fully anticipated every time. Several reasons ਨੇ ਕਹਿੰਦੇ ਐਗਰੀਗੇਟ ਸਪਲਾਈ ਕਰਵ ਦੇ ਮੀਡੀਅਮ ਰਨ ਦੇ ਵਿੱਚ ਲੈਫਟ ਰਾਈਟ ਅਪਵਰਡ ਹੋਣ ਦੇ। ਇੱਕ ਤਾਂ ਜਿਵੇਂ ਕਿ ਨੋਮੀਨਲ ਵੇਜਿਸ ਦਾ ਘੱਟ ਹੋਣਾ, ਠੀਕ ਹੈ, ਜਿਹਦੇ ਥਰੂ ਕੀ ਆ ਆਪਣੇ ਲੇਬਰ ਦੀ ਡਿਮਾਂਡ ਇਨਕਰੀਜ਼, ਜਿਹਦੇ ਥਰੂ ਸਪਲਾਈ ਵੀ ਕੀ ਹੈ ਇਨਕਰੀਜ਼ ਹੋਏਗੀ। ਕਹਿੰਦੇ ਫਰਮਸ ਹੈਵ ਟੂ ਇਨਕਰ ਕਾਸਟ ਫॉर ਐਡਜਸਟਿੰਗ ਪ੍ਰਾਈਸਿਸ। ਫਰਮਸ ਕਹਿੰਦੇ ਕਾਸਟ ਦੇ ਅਕੋਰਡਿੰਗ ਵੀ ਆਪਣੀਆਂ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਨੂੰ ਐਡਜਸਟ ਕਰਦੇ ਹੁੰਦੇ ਨੇ, ਕਿਉਂਕਿ ਅਗਰ ਇਨਪੁਟਸ ਤੇ ਜਿਹੜੀ ਕਾਸਟ ਹੈ ਉਹ ਇਨਕਰੀਜ਼ ਹੋ ਜਾਏ ਇਨਪੁਟਸ ਦੀ ਕਾਸਟ ਮੀਨਸ ਜੋ ਵੀ ਆਪਾਂ ਇਨਪੁਟਸ ਵਰਤਦੇ ਆ ਪ੍ਰੋਡਕਸ਼ਨ ਦੇ ਲਈ, ਜਿਵੇਂ ਕਿ ਵੇਜਿਸ ਹੋ ਗਿਆ ਰੈਂਟ ਹੋ ਗਿਆ, ਉਹ ਇਨਕਰੀਜ਼ ਹੋ ਜਾਵੇ ਤਾਂ ਪ੍ਰਾਈਸਿਸ ਦੇ ਵਿੱਚ ਵੀ ਇਨਕਰੀਜ਼ ਹੋਣਾ ਤੈਅ ਆ। ਐਂਡ ਕਸਟਮਰਸ ਆਰ ਕਿ ਪ੍ਰਾਈਸਿਸ ਆਫ ਗੁਡਸ ਐਂਡ ਸਰਵਿਸਿਸ ਦੇ ਪਰਚੇਜ਼ਸ, ਜਿਹੜੇ ਕਸਟਮਰਸ ਨੇ
ਗੁੱਡਸ ਐਂਡ ਸਰਵਿਸ ਨੂੰ ਪਰਚੇਜ਼ ਕਰਦੇ ਨੇ, ਉਹਦੇ ਟੇਸਟ ਤੇ ਪ੍ਰੈਫਰੈਂਸ ਤੇ ਵੀ ਐਗਰੀਗੇਟ ਸਪਲਾਈ ਜਿਹੜੀ ਉਹ ਡਿਪੈਂਡ ਕਰਦੀ ਆ। ਤਾਂ ਮੀਡੀਅਮ ਰन ਦੀ ਐਗਰੀਗੇਟ ਸਪਲਾਈ ਕਰਵ ਕੀ ਰਹੇਗੀ, ਲੈਫਟ ਟੂ ਰਾਈਟ ਅਪਵਰਡ ਰਹੇਗੀ, ਜੋ ਸਾਨੂੰ ਪੋਜ਼ਿਟਿਵ ਰਿਲੇਸ਼ਨਸ਼ਿਪ ਦੱਸੇਗੀ ਬਿਟਵੀਨ ਦ ਪ੍ਰਾइस एंड आउटपुट एंड इनकम कि प्राइसेस इंक्रीज होते आउटपुट इंक्रीज होएगी, प्राइसेस डिक्रीज होते आउटपुट डिक्रीज होएगी। ये पूरी इकोनॉमी दी सारियां फर्म्स ਦੀ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਸ਼ੋ ਹੋ ਰਹੀ ਹੈ ਤੇ ਇਹਦੇ ਵਿੱਚ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਫਰਮਸ ਵੀ ਹੋ ਸਕਦੀਆਂ ਨੇ, ਮੋਨੋਪੋਲਿਸਟਿਕ ਤੇ ਮੋਨੋਪੋਲੀ ਵੀ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੈ ਸ਼ਿਫਟ ਇਨ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ। ਕਹਿੰਦੇ ਜਿਹੜੀ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਹੈ ਉਹ ਸ਼ਿਫਟ ਵੀ ਹੁੰਦੀ ਹੈ, ਠੀਕ ਹੈ, ਜਿਵੇਂ ਕਿ 5 to 10 ਇਅਰਸ, ਜਿਹਦੇ ਵਿੱਚ ਕਹਿੰਦੇ ਫਿਕਸਡ ਫੈਕਟਰਸ ਦੇ ਵਿੱਚ ਵੀ ਆਪਾਂ ਚੇਂਜ ਕਰਨਾ ਸਟਾਰਟ ਕਰਦੇ ਨੇ, ਜਿਵੇਂ ਕਿ ਨਿਊ ਬਿਲਡਿੰਗਸ ਨਿਊ ਪਲਾਂਟ ਸੈਟਅਪ ਕਰਨਾ ਸਟਾਰਟ ਕਰ ਦਿੰਦੇ ਆ ਸ਼ਾਰਟ ਰਨ ਤੋਂ ਬਾਅਦ, ਠੀਕ ਹੈ, ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਤੇ ਟੈਕਨੋਲੋਜੀ ਮਸ਼ੀਨਰੀ ਲੈਣੀਆਂ ਮਸ਼ੀਨਾਂ ਲੈਣੀਆਂ ਸਟਾਰਟ ਕਰਨ ਲੱਗ ਜਾਂਦੇ ਆ, ਠੀਕ ਹੈ, ਤੇ ਹੌਲੀ ਹੌਲੀ ਲੌਂਗ ਰਨ ਤੱਕ ਪਹੁੰਚ ਜਾਂਦੀ ਆ। ਤਾਂ ਫਿਰ ਇਹ ਮੀਡੀਅਮ ਰਨ ਦੇ ਵਿੱਚ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਕਿੱਦਾਂ ਸ਼ਿਫਟ ਹੋਏਗੀ, ਐਗਰੀਗੇਟ ਸਪਲਾਈ ਕਰਵ ਕਿੱਦਾਂ ਚੇਂਜ ਹੋਏਗੀ। ਤਾਂ ਇਹਦੇ ਮੇਨ ਰੀਜ਼ਨਸ ਕੀ ਨੇ, ਕਹਿੰਦੇ ਯੂ ਨੋ ਦੈਟ ਏਐਸ ਕਰਵ ਡਿਸਕ੍ਰਾਈਬਸ ਦ ਰਿਲੇਸ਼ਨਸ਼ਿਪ ਬਿਟਵੀਨ ਦ ਆਊਟ ਪ੍ਰੋਡਿਊਸ ਇਨ ਦ ਇਕਨੋਮੀ ਐਂਡ ਪ੍ਰਾਈਸ ਲੈਵਲ। ਮੋਸਟਲੀ ਏਐਸ ਕਰਵ ਸਾਨੂੰ ਰਿਲੇਸ਼ਨਸ਼ਿਪ ਦੱਸਦੀ ਹੈ ਮੀਡੀਅਮ ਰਨ ਦੇ ਵਿੱਚ ਪ੍ਰਾਈਸ ਤੇ ਸਪਲਾਈ ਦੇ ਵਿੱਚ, ਜੋ ਪੋਜ਼ਿਟਿਵ ਰਿਲੇਸ਼ਨ ਹੈ। ਕਹਿੰਦੇ ਪ੍ਰਾਈਸ ਤੋਂ ਇਲਾਵਾ ਸੈਵਰਲ ਅਦਰ ਫੈਕਟਰਸ, ਪ੍ਰਾਈਸ ਤੋਂ ਇਲਾਵਾ ਹੋਰ ਫੈਕਟਰਸ ਵੀ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਚੇਂਜ ਹੁੰਦੀ ਆ। ਜਿਵੇਂ ਕਿ ਆਪਣੇ ਡਿਮਾਂਡ ਦੇ ਵਿੱਚ ਦੇਖਿਆ ਸੀ, ਡਿਮਾਂਡ ਦੇ ਵਿੱਚ ਪ੍ਰਾਈਸ ਤੋਂ ਇਲਾਵਾ ਅਦਰ ਫੈਕਟਰਸ ਨੇ ਜਿਨ੍ਹਾਂ ਦੇ ਕਰਕੇ ਐਗਰੀਗੇਟ ਡਿਮਾਂਡਸ ਇਨਕਰੀਜ਼ ਡਿਕਰੀਜ਼ ਹੁੰਦੀ ਆ, ਜਿਵੇਂ ਕਿ ਹੋ ਗਿਆ ਸਬਸਟੀਟਿਊਸ਼ਨ ਗੁੱਡਸ ਹੋ ਗਿਆ, ਪਾਪੂਲੇਸ਼ਨ ਹੋ ਗਿਆ, ਮੋਨਟਰੀ ਪਾਲਿਸੀ ਹੋ ਗਿਆ, ਫਿਜ਼ੀਕਲ ਪਾਲਿਸੀ ਹੋ ਗਿਆ, ਇੰਪੋਰਟ ਐਕਸਪੋਰਟ ਹੋ ਗਏ, ਠੀਕ ਹੈ, ਕੰਜ਼ੰਪਸ਼ਨ ਐਕਸਪੈਂਡੀਚਰ ਹੋ ਗਿਆ, ਸੇਵਿੰਗ ਹੋ ਗਿਆ। ਤਾਂ ਇਸੇ ਤਰ੍ਹਾਂ ਜਿਹੜੀ ਹੈ ਆਪਣੀ ਐਗਰੀਗੇਟ ਸਪਲਾਈ ਕਰਵ ਇਸ ਤੇ ਵੀ ਕਹਿੰਦੇ ਪ੍ਰਾਈਸ ਤੋਂ ਇਲਾਵਾ ਅਦਰ ਫੈਕਟਰਸ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਐਗਰੀਗੇਟ ਸਪਲਾਈ ਆ ਉਹ ਐਗਰੀਗੇਟ ਸਪਲਾਈ ਇਨਕਰੀਜ਼ ਡਿਕਰੀਜ਼ ਹੁੰਦੀ ਆ। ਕਹਿੰਦੇ ਆਪਾਂ ਇਹਨੂੰ ਦੇਖਦੇ ਆ ਕਿ ਜਦੋਂ ਪ੍ਰਾਈਸ ਕਾਂਸਟੈਂਟ ਰਹਿੰਦਾ ਤਾਂ ਅਦਰ ਫੈਕਟਰਸ ਦੇ ਕਰਕੇ ਐਗਰੀਗੇਟ ਸਪਲਾਈ ਕਰਵ ਆ ਜਿਹੜੀ ਉਹ ਕਿਸ ਤਰ੍ਹਾਂ ਰਾਈਟਵਰਡ ਤੇ ਲੈਫਟਵਰਡ ਕੀ ਹੁੰਦੀ ਆ, ਸ਼ਿਫਟ ਹੁੰਦੀ ਆ। ਤਾਂ ਇਹਦੇ ਕਈ ਜਿਹੜੇ ਆਪਣੇ ਫੈਕਟਰਸ ਨੇ, ਜਿਵੇਂ ਕਿ ਸ਼ੌਕਸ ਹੋ ਗਿਆ, ਸਪਲਾਈ ਸ਼ੌਕਸ, ਇਕਨੋਮਿਕ ਗਰੋਥ, ਸਟੈਗਨੇਸ਼ਨ, ਪਬਲਿਕ ਪਾਲਿਸੀ, ਨੈਚੁਰਲ ਡਿਜ਼ਾਸਟਰਸ, ਇਸ ਤਰ੍ਹਾਂ ਦੇ ਜਿਹੜੇ ਆਪਣੇ ਫੈਕਟਰਸ ਨੇ ਉਹ ਸਪਲਾਈ ਨੂੰ ਅਫੈਕਟ ਕਰਨਗੇ। ਆਪਾਂ ਵਨ ਬਾਈ ਵਨ ਇਹਨਾਂ ਨੂੰ ਰੀਡ ਕਰਾਂਗੇ। ਤਾਂ ਸਭ ਤੋਂ ਪਹਿਲਾਂ ਹੈ ਇਨਪੁਟ ਪ੍ਰਾਈਸਿਸ। ਕਹਿੰਦੇ ਜਿਹੜੇ ਇਨਪੁਟ ਦੇ ਪ੍ਰਾਈਸਿਸ ਨੇ ਮੇਨ, ਕਹਿੰਦੇ ਇਹਨਾਂ ਦਾ ਜਿਹੜਾ ਹੈ ਅਫੈਕਟ ਐਗਰੀਗੇਟ ਸਪਲਾਈ ਤੇ ਪੈਂਦਾ ਹੈ। ਤੁਹਾਨੂੰ ਪਤਾ ਹੈ ਕਿ ਇਨਪੁਟ ਪ੍ਰਾਈਸਿਸ ਕੀ ਹੁੰਦਾ ਹੈ, ਜੋ ਵੀ ਆਪਾਂ ਇਨਪੁਟਸ ਪ੍ਰੋਡਕਸ਼ਨ ਦੇ ਲਈ ਯੂਜ਼ ਕਰਦੇ ਹਾਂ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ, ਇਹ 4 ਫੈਕਟਰ ਆਫ ਪ੍ਰੋਡਕਸ਼ਨਸ ਨੇ, ਇਹਨਾਂ ਨੂੰ ਆਪਣੇ ਇਨਪੁਟਸ ਕਹਿੰਦੇ ਆ। ਇਹਨਾਂ ਦੇ ਬਦਲੇ ਆਪਾਂ ਰੈਂਟ, ਵੇਜਿਸ, ਪ੍ਰੋਫਿਟ ਆਪਾਂ ਕੀ ਕਰਦੇ ਤੇ ਇੰਟਰਸਟ ਪੇ ਕਰਦੇ। ਤਾਂ ਇਹ ਕੀ ਹੋ ਗਿਆ, ਇਹਨਾਂ ਦੇ ਪ੍ਰਾਈਸਿਸ ਹੋ ਗਏ, ਮੀਨਸ ਕਾਸਟ ਹੋ ਗਏ ਨਾ, ਆਪਾਂ ਇਨਪੁਟ ਪ੍ਰਾਈਸਿਸ ਕਹਿੰਦੇ ਆ। ਇਹਦੇ ਇਨਪੁਟ ਪ੍ਰਾਈਸਿਸ ਤੇ ਜਿਹੜੀ ਆਪਣੀ ਐਗਰੀਗੇਟ ਸਪਲਾਈ ਹੈ ਇਹਨਾਂ ਦੇ ਵਿੱਚ ਕੀ ਹੁੰਦਾ, ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ। ਅਗਰ ਇਨਪੁਟ ਪ੍ਰਾਈਸਿਸ ਇਨਕਰੀਜ਼ ਹੋ ਜਾਂਦੇ ਨੇ ਤਦ ਕੀ ਆ, ਆਪਣੀ ਜਿਹੜੀ ਐਗਰੀਗੇਟ ਸਪਲਾਈ ਆ ਉਹ ਡਿਕਰੀਜ਼ ਹੋਏਗੀ। ਅਗਰ ਇਨਪੁਟ ਪ੍ਰਾਈਸਿਸ ਨੇ ਜਿਹੜੇ ਡਿਕਰੀਜ਼ ਹੋ ਜਾਂਦੇ ਨੇ ਤਦ ਕੀ ਆ, ਆਪਣੀ ਫਰਮ ਦੇ ਕੋਲ ਬਜਟ ਜ਼ਿਆਦਾ ਰਹਿੰਦਾ ਹੈ। ਪਹਿਲਾਂ ਉਹ 10 ਰੁਪੀਸ ਦੇ ਵਿੱਚ ਓਨਲੀ 1 ਬਿਸਕਿਟ ਦਾ ਪੈਕੇਟ ਪ੍ਰੋਡਿਊਸ ਕਰਦੇ ਸੀ, ਹੁਣ ਉਹ 10 ਰੁਪੀਸ ਦੇ ਵਿੱਚ 2 ਬਿਸਕਿਟ ਦੇ ਪੈਕੇਟਸ ਨੇ ਜਿਹੜੇ ਉਹ ਪ੍ਰੋਡਿਊਸ ਕਰ ਸਕਦੀ ਆ, ਕਿਉਂਕਿ ਇਨਪੁਟ ਪ੍ਰਾਈਸਿਸ ਲੈਸ ਹੋ ਗਏ। ਤਾਂ ਫਿਰ ਕੀ ਆ, ਉਹਨਾਂ ਦੇ ਕੋਲ ਬਜਟ ਜ਼ਿਆਦਾ ਬਚੇਗਾ। ਪਹਿਲਾਂ 10 ਰੁਪੀਸ ਲੱਗਦੇ ਸੀ ਬਿਸਕਿਟ ਦੇ ਪੈਕੇਟ ਤੇ, ਹੁਣ 5 ਰੁਪੀਸ ਲੱਗਦੇ ਨੇ, 5 ਰੁਪੀਸ ਬਚ ਕੇ, ਤਾਂ ਉਹਨਾਂ ਦੇ ਥਰੂ ਉਹ ਹੋਰ ਐਕਸਟਰਾ ਪ੍ਰੋਡਕਸ਼ਨ ਕਰ ਸਕਦੇ ਨੇ। ਅਗਰ ਇਨਪੁਟ ਪ੍ਰਾਈਸਿਸ ਇਨਕਰੀਜ਼ ਹੋਏ ਤਾਂ ਪ੍ਰੋਡਕਸ਼ਨ ਹੈ ਜਿਹੜੀ ਉਹ ਲੈਸ ਹੋਏਗੀ, ਪ੍ਰੋਡਕਸ਼ਨ ਆਪਣੀ ਘਟੇਗੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਪੈਨਲ ਏ ਆ ਤੇ ਪੈਨਲ ਬੀ ਆ। ਤਾਂ ਪੈਨਲ ਏ ਤੇ ਪੈਨਲ ਬੀ ਦੇ ਵਿੱਚ ਸ਼ਿਫਟ ਇਨ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਦੱਸਿਆ ਹੈ ਕਿ ਐਗਰੀਗੇਟ ਸਪਲਾਈ ਕਰਵ ਕਿਸ ਤਰ੍ਹਾਂ ਰਾਈਟਵਰਡ ਤੇ ਕਿਸ ਤਰ੍ਹਾਂ ਲੈਫਟਵਰਡ ਸ਼ਿਫਟ ਹੋ ਜਾਏਗੀ। ਤਾਂ ਜਿਹੜਾ ਪੈਨਲ ਏ ਹੈ ਉਸ ਦੇ ਵਿੱਚ ਐਗਰੀਗੇਟ ਸਪਲਾਈ ਦੇ ਵਿੱਚ ਡਿਕਰੀਜ਼ ਦੱਸਿਆ ਹੋਇਆ ਹੈ, ਤੇ ਜਿਹੜਾ ਪੈਨਲ ਬੀ ਹੈ ਉਸ ਦੇ ਵਿੱਚ ਐਗਰੀਗੇਟ ਸਪਲਾਈ ਦੇ ਵਿੱਚ ਇਨਕਰੀਜ਼ ਦੱਸਿਆ ਹੋਇਆ ਹੈ। ਤਾਂ ਹੁਣ ਦੇਖੋ ਪੈਨਲ ਏ ਦੇ ਵਿੱਚ ਓ ਐਕਸਿਸ ਤੇ ਆਊਟਪੁੱਟ ਤੇ ਇਨਕਮ ਦਿਖਾਈ ਹੋਈ ਹੈ ਐਂਡ ਓ ਵਾਈ ਤੇ ਆਪਣਾ ਪ੍ਰਾਈਸ ਲੈਵਲ ਦੋਨਾਂ ਡਾਇਗਰਾਮ ਦੇ ਵਿੱਚ ਦਿਖਾਇਆ ਹੋਇਆ ਹੈ। ਜਿਹੜੀ ਫਰਸਟ ਪੈਨਲ ਏ ਦੇ ਵਿੱਚ ਜਿਹੜੀ ਹੈ ਆਪਣੀ ਦਿਸ ਇਜ਼ ਦਾ ਇਨੀਸ਼ੀਅਲ ਐਗਰੀਗੇਟ ਸਪਲਾਈ ਕਰਵ, ਦੈਟ ਇਜ਼ ਦਾ AS1। ਅਗਰ ਕਹਿੰਦੇ ਐਗਰੀਗੇਟ ਸਪਲਾਈ ਡਿਕਰੀਜ਼ ਹੋ ਜਾਂਦੀ ਆ ਤਾਂ ਫਿਰ ਐਗਰੀਗੇਟ ਸਪਲਾਈ ਕਰਵ ਕੀ ਲੈਫਟਵਰਡ ਸ਼ਿਫਟ ਹੋ ਜਾਂਦੀ ਹੈ AS2 ਤੇ। ਤਾਂ ਉਹ ਸਾਨੂੰ ਕੀ ਦੱਸ ਰਹੀ ਹੈ, ਡਿਕਰੀਜ਼ ਇਨ ਐਗਰੀਗੇਟ ਸਪਲਾਈ। ਤੇ ਪੈਨਲ ਬੀ ਦੇ ਵਿੱਚ ਕੀ ਆ,
एग्रीगेट्स इनिशियल एग्रीगेट सप्लाई दैट इज AS1। अगर एग्रीगेट सप्लाई इंक्रीज हो जाती है तो एग्रीगेट सप्लाई कब किया अपनी राइट वर्ड शिफ्ट हो जाएगी AS2 ਤੇ शिफ्ट हो जाएगी जो कि सब दिखाएगी इंक्रीज इन एग्रीगेट सप्लाई कर्व। ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਕੀਤਾ ਹੈ ਕਿ ਇਨਪੁਟ ਪ੍ਰਾਈਸਿਸ ਕਿ ਇਨਪੁਟ ਪ੍ਰਾਈਸਿਸ ਤੇ ਸਪਲਾਈ ਦੇ ਵਿੱਚ ਹੈ ਜੋ ਇਨਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਹੈ। ਅਗਰ ਇਨਪੁਟ ਪ੍ਰਾਈਸਿਸ ਨੇ ਜਿਹੜੇ ਉਹ ਇਨਕਰੀਜ਼ ਹੁੰਦੇ ਨੇ ਇਨਪੁਟ ਪ੍ਰਾਈਸਿਸ ਇਨਕਰੀਜ਼ ਹੋਣ ਦੇ ਨਾਲ ਆਪਣੀ ਜਿਹੜੀ ਪ੍ਰੋਡਕਸ਼ਨ ਉਹ ਡਿਕਰੀਜ਼ ਹੋਏਗੀ ਤਾਂ ਪ੍ਰੋਡਕਸ਼ਨ ਡਿਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ AS ਕਰਵ ਉਹ ਲੈਫਟਵਰਡ ਸ਼ਿਫਟ ਹੋ ਜਾਏਗੀ ਕਿਉਂਕਿ ਸਪਲਾਈ ਡਿਕਰੀਜ਼ ਹੋਏਗੀ। ਤਾਂ ਪੈਨਲ A ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਪਲਾਈ ਡਿਕਰੀਜ਼ ਹੋ ਕੇ ਜਦੋਂ ਇਨਪੁਟ ਪ੍ਰਾਈਸਿਸ ਇੰਕਰੀਜ਼ ਹੋਏ ਕਾਸਟ ਜ਼ਿਆਦਾ ਹੋਈ AS ਤੋਂ ਡਿਕਰੀਜ਼ ਹੋ ਕੇ ਕਿੰਨੀ ਹੋਗੀ ਸਪਲਾਈ AS2 ਹੋਗੀ। ਐਂਡ ਦੂਸਰੀ ਤਰਫ ਪੈਨਲ B ਦੇ ਵਿੱਚ ਅਗਰ ਇਨਪੁਟ ਪ੍ਰਾਈਸਿਸ ਨੇ ਜਿਹੜੇ ਆਪਣੇ ਡਿਕਰੀਜ਼ ਹੁੰਦੇ ਨੇ ਤਾਂ ਆਪਾਂ ਕਾਸਟ ਘਟ की प्रोडक्शन ਦੀ ਤਾਂ प्रोडक्शन ज्यादा होएगी ਤਾਂ सप्लाई इंक्रीज होके प्रोडक्शन इंक्रीज होके अपनी कर्व की राइट वर्ड शिफ्ट हो जाएगी AS1 तो AS2 ਤੇ शिफ्ट हो जाएगी जो ਸਾਨੂੰ ਕੀ ਦੱਸ ਰਹੀ ਹੈ इंक्रीज इन एग्रीगेट सप्लाई ਦੱਸ ਰਹੀ ਹੈ। ਤਾਂ ਇਸ ਤਰ੍ਹਾਂ ਜਿਹੜੇ ਇਨਪੁਟ ਪ੍ਰਾਈਸਿਸ ਨੇ ਉਹ ਐਗਰੀਗੇਟ ਸਪਲਾਈ ਦੇ ਸ਼ਿਫਟ ਹੋਣ ਦੇ ਵਿੱਚ ਨੇ ਜਿਹੜਾ ਉਹ ਰੋਲ ਪਲੇ ਕਰਦੇ ਨੇ। ਤੇ ਉਸ ਤੋਂ ਬਾਅਦ ਸੈਕੰਡ ਹੈ ਟੈਕਨੋਲੋਜੀਕਲ ਪ੍ਰੋਗਰੈਸ ਟੈਕਨੋਲੋਜੀਕਲ ਠੀਕ ਹੈ। ਤਾਂ ਟੈਕਨੀਕਲ ਜਿਹੜੀ ਪ੍ਰੋਗਰੈਸ ਹੈ ਇੱਥੇ ਉਹਦਾ ਵੀ ਇਫੈਕਟ ਪੈਂਦਾ ਹੈ ਜਿਵੇਂ ਕਿ ਆਪਾਂ ਨੇ ਦੇਖਿਆ ਹੈ ਜੇ ਟੈਕਨੋਲੋਜੀਕਲ ਇੰਪਰੂਵਮੈਂਟ ਟੈਕਨੀਕਸ ਜ਼ਿਆਦਾ ਨੇ ਟੈਕਨੀਕਲ ਪ੍ਰੋਗਰੈਸ ਹੈ ਨਿਊ ਮਸ਼ੀਨਰੀ ਹੈ ਨਿਊ ਇਕਵਿਪਮੈਂਟਸ ਨੇ ਤਾਂ ਆਪਣੀ ਜਿਹੜੀ वर्किंग एफिशिएंसी है प्रोडक्शन पावर है ਉਹਦੇ ਵਿੱਚ ਇਨਕਰੀਜ਼ ਹੁੰਦਾ ਹੈ ਤਾਂ ਪ੍ਰੋਡਕਸ਼ਨ ਪਾਵਰ ਤੇ ਐਫੀਸ਼ੀਐਂਸੀ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਕੀ ਆ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਸਪਲਾਈ ਹੈ ਜਿਹੜੀ ਉਹ ਇਨਕਰੀਜ਼ ਹੋਏਗੀ ਤੇ ਕਾਸਟ ਵੀ ਆਪਣੀ ਡਿਕਰੀਜ਼ ਹੋਏਗੀ। ਤਾਂ ਤੁਸੀਂ ਕਹਿ ਸਕਦੇ ਹੋ ਕਿ ਟੈਕਨੀਕਲ ਪ੍ਰੋਗਰੈਸ ਦੇ ਕਰਕੇ ਆਪਣੀ ਜਿਹੜੀ AS ਕਰਵ ਹੈ ਉਹ ਰਾਈਟਵਰਡ ਸ਼ਿਫਟ ਹੋ ਜਾਏਗੀ ਕਿਉਂਕਿ ਐਫੀਸ਼ੀਐਂਸੀ ਇਨਕਰੀਜ਼ ਹੋਈ। ਪਹਿਲਾਂ ਲੇਬਰ ਦੇ ਥਰੂ ਆਪਾਂ ਸਿਰਫ 1 ਡੇ ਦੇ ਵਿੱਚ 5 ਗੁੱਡਸ ਨੂੰ ਪ੍ਰੋਡਿਊਸ ਕਰਦੇ ਸੀ ਹੁਣ ਆਪਾਂ ਮਸ਼ੀਨਰੀ ਦੇ ਥਰੂ ਕੀ ਕਰਦੇ ਆ ਮਸ਼ੀਨ ਨੂੰ ਯੂਜ਼ ਕਰਕੇ ਇੱਕ ਮਸ਼ੀਨ ਲੈ ਆਂਦੀ ਆਪਾਂ ਨੇ ਤਾਂ ਆਪਾਂ 100 ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਹਾਂ 1 ਡੇ ਦੇ ਵਿੱਚ ਤਾਂ ਕੀ ਐਗਰੀਗੇਟ ਸਪਲਾਈ ਆਪਣੀ ਇਨਕਰੀਜ਼ ਹੋਏਗੀ। ਐਗਰੀਗੇਟ ਸਪਲਾਈ ਪੈਨਲ B ਦੇ ਵਿੱਚ ਦੇਖ ਸਕਦੇ ਹੋ ਤੁਸੀਂ AS1 ਤੋਂ ਸ਼ਿਫਟ ਹੋ ਕੇ ਐਗਰੀਗੇਟ ਸਪਲਾਈ ਕਬ AS2 ਤੇ ਹੋ ਜਾਏਗੀ। ਅਗਰ ਟੈਕਨੀਕਲ ਪ੍ਰੋਗਰੈਸ ਨਹੀਂ ਹੈਗੀ ਸਿਰਫ ਲੇਬਰ ਯੂਜ਼ ਕਰ ਰਿਹਾ ਤਾਂ ਆਪਣੀ ਲੇਬਰ ਤੇ ਕਾਸਟ ਵਧੇਗੀ ਤਾਂ ਐਗਰੀਗੇਟ ਸਪਲਾਈ ਕਬ ਕੀ ਲੈਫਟਵਰਡ ਸ਼ਿਫਟ ਹੋ ਜਾਏਗੀ। ਤਾਂ ਇਸ ਤਰ੍ਹਾਂ ਟੈਕਨੀਕਲ ਪ੍ਰੋਗਰੈਸ ਦਾ ਵੀ ਇਫੈਕਟ ਪੈਂਦਾ ਹੈ। ਉਸ ਤੋਂ ਬਾਅਦ ਹੈ ਪਬਲਿਕ ਪਾਲਿਸੀ ਕਹਿੰਦੇ ਪਬਲਿਕ ਪਾਲਿਸੀ ਜੋ ਗਵਰਨਮੈਂਟ ਨਾਲ ਰਿਲੇਟਡ ਹੈ ਕਹਿੰਦੇ ਉਸ ਦਾ ਵੀ ਜਿਹੜਾ ਹੈ ਆਪਣਾ ਐਗਰੀਗੇਟ ਸਪਲਾਈ ਤੇ ਇਫੈਕਟ ਪੈਗਾ। ਤਾਂ ਪਬਲਿਕ ਪਾਲਿਸੀ ਦੇ ਵਿੱਚ ਕਹਿੰਦੇ ਕੀ ਹੁੰਦਾ ਗਵਰਨਮੈਂਟ ਦੇ ਇਨਸੈਂਟਿਵਸ ਆਉਂਦੇ ਨੇ ਗਵਰਨਮੈਂਟ ਦੇ ਐਕਸਪੈਂਡੀਚਰਸ ਆਉਂਦੇ ਨੇ ਗਵਰਨਮੈਂਟ ਦੀ ਇਨਕਮ ਆਉਂਦੀ ਆ ਠੀਕ ਹੈ। ਤਾਂ ਇਕਨੋਮਿਕ ਗਰੋਥ ਹੈ ਜਿਹੜੀ ਉਹ ਮੋਸਟਲੀ ਜਿਹੜੀ ਪਬਲਿਕ ਪਾਲਿਸੀ ਤੇ ਡਿਪੈਂਡ ਕਰਦੀ ਹੁੰਦੀ ਆ। ਅਗਰ ਪਬਲਿਕ ਐਕਸਪੈਂਡੀਚਰਸ ਜ਼ਿਆਦਾ ਨੇ ਗਵਰਨਮੈਂਟ ਜਿਹੜੀ ਉਹ ਰੋਡਸ ਪਾਵਰ ਸਪਲਾਈ ਕਮਿਊਨੀਕੇਸ਼ਨਸ ज्यादा दे रही है ठीक है ट्रांसपोर्ट फैसिलिटीज दे रही है बैंकिंग फैसिलिटीज दे रही है तो ਜਿਹੜੇ ਆਪਣੇ ਪ੍ਰੋਡਕਸ਼ਨ ਕੀਆ ਫਰਮਸ ਦੇ ਥਰੂ ਜ਼ਿਆਦਾ ਹੋਏਗੀ ਕਿਉਂਕਿ ਪ੍ਰੋਡਕਸ਼ਨ ਤੇ ਜਿਹੜੀਆਂ ਲੋੜਾਂ ਨੇ ਡਿਮਾਂਡਸ ਨੇ ਜਿਹੜੀਆਂ ਉਹ ਪੂਰੀਆਂ ਹੋਣਗੀਆਂ ਤਾਂ ਕਹਿੰਦੇ ਕੀ ਆ ਆਪਣੀ ਜਿਹੜੀ AS ਕਰਵ ਹੈ ਉਹ ਰਾਈਟਵਰਡ ਸ਼ਿਫਟ ਹੋ ਜਾਏਗੀ। ਅਗਰ ਚੀਪ ਜਿਹੜੀ ਹੈ ਗਵਰਨਮੈਂਟ ਪਾਲਿਸੀ ਟੈਕਸ ਵਗੈਰਾ ਘਟਾ ਰਹੀ ਹੈ ਰਿਡਕਸ਼ਨ ਇਨ ਟੈਕਸਿਸ ਹੋ ਰਹੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦੇ अपने इंसेंटिव्स दे रही है सब्सिडीज दे रही है इंफ्रास्ट्रक्चर्स दे रही है रोड्स दे रही है पावर सप्लाई दे रही है इलेक्ट्रिसिटी दे रही है ठीक है। ਤਾਂ ਇਸ ਤਰ੍ਹਾਂ ਐਗਰੀਗੇਟ ਸਪਲਾਈ ਆਪਣੀ ਇਨਕਰੀਜ਼ ਹੋਏਗੀ AS ਕਵਰ ਜਿਹੜੀ ਉਹ AS1 ਤੋਂ ਸ਼ਿਫਟ ਹੋ ਜਾ ਕੇ AS2 ਦੀ ਹੋ ਜਾਏਗੀ। ਲੇਕਿਨ ਅਗਰ ਕਹਿੰਦੇ ਗਵਰਨਮੈਂਟ ਦੇ ਥਰੂ ਟੈਕਸਿਸ ਵਗੈਰਾ ਇਨਕਰੀਜ਼ ਕੀਤੇ ਜਾ ਰਹੇ ਨੇ ਇਨਸੈਂਟਿਵਸ ਨਹੀਂ ਦਿੱਤੇ ਜਾ ਰਹੇ ਹੈਗੇ ਇਲੈਕਟ੍ਰਿਸਿਟੀ ਫ੍ਰੀ ਨਹੀਂ ਦਿੱਤੀ ਜਾ ਰਹੀ ਹੈਗੀ ਤੇ ਸਬਸਿਡੀਜ਼ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਬੈਂਕਿੰਗ ਫੈਸਿਲਿਟੀਜ਼ ਨਹੀਂ ਹੈਗੀਆਂ ਤਾਂ ਕਹਿੰਦੇ ਕੀ ਆ ਰੋਡਸ ਫੈਸਿਲਿਟੀ ਟਰਾਂਸਪੋਰਟ ਫੈਸਿਲਿਟੀ ਨਹੀਂ ਹੈਗੀ ਤਾਂ ਆਪਣੀ ਐਗਰੀਗੇਟ ਸਪਲਾਈ ਡਿਕਰੀਜ਼ ਹੋਏਗੀ। ਤਾਂ AS ਕਰਵ अपनी जी पैनल ए दे विच AS1 तो शिफ्ट हो जाके कितने हो जाएगी AS2 ते शिफ्ट हो जाएगी। इस तरह कहते अपना जड़ा है पब्लिक पॉलिसी भी अफेक्ट करेगी। एंड उस तो बाद है रिसैशन कहते रिसैशन तुसीं देखिया कि 2 ਜਿਹੜੇ ਹੈ मोस्ट इंपॉर्टेंट पीरियड ਜਿਹੜੇ फेसिस ਹੁੰਦੇ ਨੇ बिजनेस सेक्टर्स है दैट इज अ बूम एंड रिसैशन। कहते रिसैशंस ਦੇ टाइम भी जो है अपनी सप्लाई अफेक्ट करदी आ। रिसैशन का टाइम पीरियड वो टाइम पीरियड है जो कहते ਜਿਹੜੀਆਂ प्राइसिस ने डिक्रीज हो ਜਾਂਦੀਆਂ ਨੇ ठीक है तो डिमांड भी डिक्रीज हो जाती है एग्रीगेट सप्लाई ज़्यादा होती है तो उस टाइम कहते की आ एग्रीगेट सप्लाई है जी फर्म्स को डिक्रीज करनी पैंती है ठीक है क्योंकि बफर स्टॉक है जो फर्म्स को काफ़ी पिया रहता है क्योंकि गुड्स एंड सर्विसेज की डिमांड घट होती है तो उस टाइम भी रिसैशन के टाइम भी पैनल ए देख सकते हो जी अपनी एग्रीगेट सप्लाई कर्व है वो
ਲੈਫਟਵਰਡ ਸ਼ਿਫਟ ਹੋ ਜਾਏਗੀ ਜੋ ਸਾਨੂੰ ਕੀ ਦਿਖਾਏਗੀ ਡਿਕਰੀਜ਼ ਇਨ ਐਗਰੀਗੇਟ ਸਪਲਾਈ। ਠੀਕ ਹੈ, ਤਾਂ ਪੈਨਲ ਏ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ। ਤੇ ਦੂਸਰਾ ਬੂਮ ਦੇ ਪੀਰੀਅਡ ਦੇ ਵਿੱਚ, ਬੂਮ ਦੇ ਪੀਰੀਅਡ ਵਿੱਚ ਐਗਰੀਗੇਟ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਐਗਰੀਗੇਟ ਸਪਲਾਈ ਘੱਟ ਹੁੰਦੀ ਹੈ, ਤਾਂ ਉਸ ਟਾਈਮ ਦੇ ਵਿੱਚ ਕੀ ਹੋਏਗਾ ਐਗਰੀਗੇਟ ਸਪਲਾਈ ਜ਼ਿਆਦਾ ਹੋਏਗੀ। ਤਾਂ ਰਾਈਟ ਪੈਨਲ ਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਗਰੀਗੇਟ ਸਪਲਾਈ ਇੰਕਰੀਜ਼ ਹੋ ਜਾਏਗੀ AS1 ਤੋਂ AS2 ਤੇ ਚਲੀ ਜਾਏਗੀ। ਐਂਡ ਉਸ ਤੋਂ ਬਾਅਦ ਜੋ ਹੈ ਸਾਡਾ 5th ਪੁਆਇੰਟ ਜੋ ਹੈ that is a natural disasters। ਕਹਿੰਦੇ natural disasters ਨੇ ਜਿਹੜੇ ਉਹਨਾਂ ਦਾ ਵੀ ਇਫੈਕਟ ਹੈ ਜਿਹੜਾ ਐਗਰੀਗੇਟ ਸਪਲਾਈ ਤੇ ਪੈਂਦਾ ਹੈ। ਕਹਿੰਦੇ an economy is often struck by natural disasters such as flood। ਕਈ ਵਾਰ ਕਹਿੰਦੇ ਇਕਨੋਮੀ ਨੂੰ ਨੇਚਰਲ ਜਿਹੜੀਆਂ ਪ੍ਰੋਬਲਮਸ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ, ਜਿਵੇਂ ਕਿ ਫਲੱਡਸ ਆ ਗਏ, ਡਰੌਟਸ ਆ ਗਏ, ਅਰਥਕੁਇਕ ਆ ਗਿਆ। ਕਹਿੰਦੇ ਇਹ ਡਿਜ਼ਾਸਟਰ ਦਾ ਵੀ ਜਿਹੜਾ ਹੈ ਪ੍ਰੋਡਕਸ਼ਨ ਤੇ ਐਡਵਰਸਲੀ ਇਫੈਕਟ ਪੈਂਦਾ ਹੈ। ਤਾਂ ਇਹਨਾਂ ਡਿਜ਼ਾਸਟਰਸ ਦੇ ਕਰਕੇ ਜਿਹੜੀ ਆਪਣੀ ਐਗਰੀਗੇਟ ਸਪਲਾਈ ਹੈ, ਐਗਰੀਗੇਟ ਪ੍ਰੋਡਕਸ਼ਨ ਆ ਉਹ ਘਟ ਜਾਂਦੀ ਆ, ਜਿਹਦੇ ਕਰਕੇ ਆਪਣੀ ਐਗਰੀਗੇਟ ਸਪਲਾਈ ਕਰਵ ਕੀ ਆ ਲੈਫਟਵਰਡ ਸ਼ਿਫਟ ਹੁੰਦੀ ਆ, AS1 ਤੋਂ AS2 ਤੇ ਸ਼ਿਫਟ ਹੁੰਦੀ ਆ। ਤਾਂ ਇਹ ਸੀਗਾ ਆਪਣਾ ਅੱਜ ਦਾ ਟੌਪਿਕ। ਇੱਕ ਵਾਰ ਆਪਾਂ ਦੇਖ ਲੈਂਦੇ ਕਿ ਆਪਾਂ ਇਸ ਦੇ ਵਿੱਚ ਕੀ ਕੀ ਕੀਤਾ ਹੈ। ਸਭ ਤੋਂ ਪਹਿਲਾਂ ਆਪਾਂ ਨੇ ਐਗਰੀਗੇਟ ਸਪਲਾਈ ਆਫ ਐਨ ਇਕਨੋਮੀ ਦੇਖਿਆ ਹੈ, ਠੀਕ ਹੈ। ਐਂਡ ਉਸ ਤੋਂ ਬਾਅਦ ਕੇਨਜ਼ੀਅਨ ਐਂਡ ਕਲਾਸੀਕਲਸ ਐਗਰੀਗੇਟ ਸਪਲਾਈ ਕਰਵ। ਤਾਂ ਕਲਾਸੀਕਲਸ ਦੇ ਵਿੱਚ ਬੋਲਿਆ ਕਿ ਆਪਾਂ ਜਿੱਥੇ ਇਕਨੋਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੈ ਉੱਥੇ ਤੱਕ ਹੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ, ਉਸ ਤੋਂ ਬਾਅਦ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਕੇਨਜ਼ੀਅਨ ਨੇ ਬੋਲਿਆ ਹੈ ਕਿ ਨਹੀਂ, ਕਿ ਐਗਰੀਗੇਟ ਗ੍ਰੇਟ ਡਿਪਰੈਸ਼ਨ ਦੇ ਵਿੱਚ ਐਗਰੀਗੇਟ ਡਿਮਾਂਡ ਘੱਟ ਹੋਣ ਦੇ ਕਰਕੇ ਜਿਹੜੀ ਆਪਣੀ ਸਪਲਾਈ ਸੀ ਉਹ ਘੱਟ ਸੀਗੀ, ਲੇਕਿਨ ਆਪਣੇ ਕੋਲ ਜਿਹੜੀ ਪੋਟੈਂਸ਼ੀਅਲ ਪਾਵਰ ਸੀਗੀ, ਪ੍ਰੋਡਕਸ਼ਨ ਕਪੈਸਿਟੀ ਸੀਗੀ, ਉਹ ਬਹੁਤ ਜ਼ਿਆਦਾ ਸੀਗੀ ਪ੍ਰੋਡਕਸ਼ਨ ਕਰਨ ਦੀ। ਠੀਕ ਹੈ, ਤੇ ਆਪਾਂ ਆਪਣੀ ਜਿਹੜੀ ਪੋਟੈਂਸ਼ੀਅਲ ਪਾਵਰ ਹੈ, ਪ੍ਰੋਡਕਸ਼ਨ ਕਪੈਸਿਟੀ ਹੈ, ਉੱਥੋਂ ਤੱਕ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਆ। ਇਹ ਕੇਨਜ਼ੀਅਨ ਦੇ ਥਾਟਸ ਨੇ। ਤਾਂ ਐਗਰੀਗੇਟ ਸਪਲਾਈ ਕਰਵ ਇਨ ਸ਼ਾਰਟ ਟਰਮ ਦੇ ਵਿੱਚ ਆਪਾਂ ਨੇ ਕੇਨਜ਼ੀਅਨ ਐਗਰੀਗੇਟ ਸਪਲਾਈ ਕਰਵ ਦੇਖੀ ਹੈ, ਜਿਹਦੇ ਵਿੱਚ ਉਹਨਾਂ ਨੇ ਬੋਲਿਆ ਹੈ ਕਿ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਐਕਸ ਐਕਸਿਸ ਦੇ ਪੈਰਲਲ ਰਹੇਗੀ। ਮਤਲਬ ਕੀ ਆ, ਐਗਰੀਗੇਟ ਸਪਲਾਈ ਨੂੰ ਆਪਾਂ ਸ਼ਾਰਟ ਟਰਮ ਦੇ ਵਿੱਚ ਇਨਕਰੀਜ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਪੋਟੈਂਸ਼ੀਅਲ ਪਾਵਰ ਹੈ, ਪ੍ਰੋਡਕਸ਼ਨ ਕਪੈਸਿਟੀ ਹੈ। ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੋਏਗੀ, ਜਿਹਦੇ ਕਰਕੇ ਪ੍ਰਾਈਸਿਸ ਤੇ ਘੱਟ ਇਫੈਕਟ ਪਏਗਾ। ਤੇ ਦੂਸਰੀ ਤਰਫ ਜਿਹੜਾ ਹੈ ਲੌਂਗ ਰਨ ਦੀ ਸਪਲਾਈ ਕਰਵ, ਇੱਕ ਕਲਾਸੀਕਲਸ ਨੇ ਬੋਲਿਆ ਹੈ ਕਿ ਜਿਹੜੀ AS ਕਰਵ ਹੈ ਉਹ ਕੀ ਰਹੇਗੀ, ਆਪਣੀ वाई एक्सिस ਦੇ ਪੈਰਲਲ ਰਹੇਗੀ, ਕਾਂਸਟੈਂਟ ਰਹੇਗੀ, ਕਿਉਂਕਿ ਅਗਰ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੈ ਤਾਂ ਆਪਾਂ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਨਹੀਂ ਕਰ ਸਕਦੀ। ਠੀਕ ਹੈ, ਤਾਂ ਇੱਥੇ AS ਕਰਵ ਕਾਂਸਟੈਂਟ ਹੈ, ਜੋ ਕੀ ਦੱਸੇਗੀ ਜੋ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਰੀਜ਼ ਹੈ ਤਾਂ ਉਹਦੇ ਥਰੂ ਪ੍ਰਾਈਸਿਸ ਹੀ ਇਨਕਰੀਜ਼ ਹੋਣਗੇ, ਐਗਰੀਗੇਟ ਸਪਲਾਈ ਤੇ ਕੋਈ ਵੀ ਇਫੈਕਟ ਨਹੀਂ ਪਏਗਾ। शिफ्ट इन द लॉन्ग रन एग्रीगेट सप्लाई कर्व, लेकिन बोले उन्होंने कि अदर फैक्टर्स से करके जी अपनी एग्रीगेट सप्लाई कर्व आप इंक्रीज कर सकते हैं, पोटेंशियल पावर इंक्रीज कर सकते हैं विद द हेल्प ऑफ इनपुट्स एंड अपनी टैक्नोलॉजी होगी, कैपिटल हो गया। ठीक है, ये सारे रिसोर्सिस ਨੂੰ ਜ਼ਿਆਦਾ ਯੂਜ਼ ਕਰਕੇ ਆਪਾਂ ਜਿਹੜੀ ਆਪਣੀ ਆਊਟਪੁੱਟ ਹੈ ਉਹਨੂੰ Y1 ਤੋਂ Y2 ਤੇ ਕਰ ਸਕਦੇ ਹਾਂ। ਲੌਂਗ ਰਨ ਦੀ ਐਗਰੀਗੇਟ ਸਪਲਾਈ ਇੰਕਰੀਜ਼ ਹੋ ਸਕਦੀ ਹੈ। ਐਂਡ ਉਸ ਤੋਂ ਬਾਅਦ ਲੌਂਗ ਰਨ ਦੀ ਸਪਲਾਈ ਕਰਵ ਤੋਂ ਬਾਅਦ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਆਪਾਂ ਨੇ ਸਪਲਾਈ ਕਰਵ ਦੇਖੀ ਹੈ। ਉਸ ਤੋਂ ਬਾਅਦ ਮੀਡੀਅਮ ਰਨ ਦੀ ਗੱਲ ਕੀਤੀ ਗਈ ਹੈ ਕਿ ਮੀਡੀਅਮ ਰਨ ਕਿਹੜਾ ਹੈ, ਜੋ 5 to 10 ਇਅਰਸ ਦਾ ਟਾਈਮ ਆ, ਜਿਹਦੇ ਵਿੱਚ ਫਿਕਸ ਰਿਸੋਰਸਿਸ ਨੂੰ ਵੀ ਆਪਾਂ ਯੂਜ਼ ਕਰਨਾ ਸਟਾਰਟ ਕਰ ਦਿੰਦੇ ਹਾਂ ਫॉर द ਪ੍ਰੋਡਕਸ਼ਨਸ। ਜਿਵੇਂ ਕਿ ਇੱਥੇ 3 ਟਾਈਮ ਪੀਰੀਅਡਸ ਨੇ, A ਤੋਂ B ਤੱਕ ਸ਼ਾਰਟ ਰਨ ਜੋ ਆਪਣਾ ਕੇਨਜ਼ੀਅਨ ਪ੍ਰੋਡਕਸ਼ਨ ਨੂੰ ਸ਼ੋ ਕਰ ਰਿਹਾ ਹੈ, ਐਂਡ B ਤੋਂ C ਤੱਕ ਮੀਡੀਅਮ ਰਨ, ਐਂਡ C ਤੋਂ D ਤੱਕ ਹੈ ਜੋ ਆਪਣਾ ਲੌਂਗ ਰਨ, ਜੋ ਕਲਾਸੀਕਲ ਐਗਰੀਗੇਟ ਸਪਲਾਈ ਨੂੰ ਸ਼ੋ ਕਰ ਰਿਹਾ ਹੈ। C ਤੋਂ D ਤੱਕ जो है अपनी एग्रीगेट सप्लाई कांस्टेंट है, ओनली प्राइसेस चेंज हो रही है, इंक्रीज हो रही है जो तो एग्रीगेट डिमांड इंक्रीज होएगी। एंड बी तो सी प्राइसेस भी इंक्रीज, एग्रीगेट डिमांड भी इंक्रीज एंड सप्लाई भी इंक्रीज हो रही है। एंड ए तो बी तक एग्रीगेट डिमांड के नाल सप्लाई भी इंक्रीज होएगी लेकिन प्राइसेस ते इफेक्ट नहीं पेगा। दिस इज द केनजियन अप्रोच। ते एग्रीगेट सप्लाई कर्व जिहड़ी है वो लैफ्ट राइट पॉजिटिव हुंदी है। एंड एग्रीगेट सप्लाई कर्व्स कहते शिफ्ट भी हो सकती है। कहते ये मेन रीजन की होंगे ने इनपुट्स के प्राइसेस के इंक्रीज डिक्रीज, टेक्नोलॉजिकल प्रोग्रेस एंड पब्लिक पॉलिसी, नेचुरल डिजास्टर एंड रिसेशंस, जिन्होंने करके एग्रीगेट सप्लाई कर्व अपनी लैफ्टवर्ड एंड राइटवर्ड की होंगी शिफ्ट होंगी है। ये सी अपना आज का टॉपिक जो इतने ही खत्म होता है। धन्यवाद।